ਤੁਹਾਡਾ ਕੱਲ ਆਪਾਂ ਜਿਹੜੀ ਪੋਇਮ ਸਟਾਰਟ ਕੀਤੀ ਸੀਗੀ ਉਹ ਸੀਗੀ ਆਪਣੀ ਦਾ ਵੇ ਆਫ ਪੋਇਟਰੀ, ਤੇ ਉਸਦੇ ਆਪਾਂ ਨੇ ਮੇਰੇ ਖਿਆਲ 3 ਪੈਰੇ, ਆਪਾਂ 3 ਸਟੈਂਜ਼ੇ ਫਰਸਟ ਸੈਕਿੰਡ ਐਂਡ ਥਰਡ ਕਰ ਲਏ ਸੀ ਆਪਾਂ ਨੇ। ਹਾਂਜੀ ਉਹਦੇ ਵਿੱਚ ਤਾਂ ਮੈਨੂੰ ਲੱਗਦਾ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ। ਆਪਾਂ ਨੈਕਸਟ ਅੱਗੇ ਜਿਹੜੇ ਸਟੈਂਜ਼ੇ ਹੈ ਉਹਨਾਂ ਨੂੰ ਕਰਦੇ ਹਾਂ, ਤਾਂ ਜਿਹੜੇ ਅਗਲੇ 3 ਸਟੈਂਜ਼ੇ ਹੈ ਉਹ ਆਪਾਂ ਕਰ ਲੈਂਦੇ ਹਾਂ। ਤਾਂ ਦਾ ਵੇ ਆਫ ਪੋਇਟਰੀ ਜਿਹੜੀ ਆਪਣੀ ਪੋਇਮ ਹੈ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹ ਸੌਂਗਸ ਆਫ ਇਨੋਸੈਂਸ ਇੱਕ ਬੁੱਕ ਹੈ, ਵਿਲੀਅਮ ਬਲੇਕ ਦੁਆਰਾ ਲਿਖੀ ਗਈ ਬੁੱਕ ਹੈ, ਤੇ ਉਹਦੇ ਵਿੱਚੋਂ ਦੀ ਇਹ ਪੋਇਮ ਲਈ ਗਈ ਹੈ। ਪਹਿਲੀ ਪੋਇਮ ਹੈ ਇਹ ਸੌਂਗਸ ਆਫ ਇਨੋਸੈਂਸ ਦੀ। ਵਿਲੀਅਮ ਬਲੇਕ ਜੋ ਇੱਕ ਨੇਚਰ ਪੋਇਟ ਹੈ, ਵਿਲੀਅਮ ਵਰਡਸਵਰਥ ਦੀ ਤਰ੍ਹਾਂ ਬਹੁਤ ਹੀ ਸਿੰਪਲ ਪੋਇਮਸ ਲਿਖਦੇ ਹੈ, ਬੜੇ ਹੀ ਤੁਸੀਂ ਲਗਾਓ ਕਿ ਉਹ ਨੇਚਰ ਨਾਲ ਰਿਲੇਟਿਡ ਪੋਇਮਸ ਲਿਖਦੇ ਹੈ। ਤਾਂ ਅੱਜ ਆਪਾਂ ਇਹ ਪੋਇਮ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ। ਆਪਾਂ ਨਾ ਰੋਜ਼ ਕਲਾਸ 8:30 ਵਜੇ ਹੀ ਲਾਇਆ ਕਰਾਂਗੇ, ਬਿਕੋਜ਼ 9 ਵਜੇ ਤੁਹਾਡੀ ਬੇਟਾ ਨੈਕਸਟ ਕਲਾਸ ਸ਼ੁਰੂ ਹੋ ਜਾਂਦੀ ਹੈ, ਇਸ ਕਰਕੇ ਇਲੈਕਟਿਵ ਨੂੰ ਫਿਰ ਟਾਈਮ ਬਹੁਤ ਲੱਗ ਜਾਂਦਾ। ਤਾਂ 8:30 ਦਾ ਆਪਾਂ ਟਾਈਮ ਪੱਕਾ ਕਰ ਲਿਆ। ਮੈਂ ਆਂਦਿਆਂ ਸਾਰ ਤੁਹਾਡਾ 8:30 ਵਜੇ ਜਿਹੜੀ ਇੰਗਲਿਸ਼ ਇਲੈਕਟਿਵ ਦੀ ਕਲਾਸ ਲਗਾ ਲਿਆ ਕਰੂੰਗਾ, 9 ਵਜੇ ਤੱਕ ਆਪਣੀ ਕਲਾਸ ਕੰਪਲੀਟ ਹੋ ਜਾਇਆ ਕਰੂ। ਤਾਂ ਤੁਸੀਂ ਆਪਣੇ ਆਪ ਨੂੰ ਵਿਹਲਾ ਰੱਖਿਆ ਕਰੋ। ਹਾਂਜੀ, ਕੱਲ ਆਪਾਂ ਜੋ ਕਰਿਆ ਸੀਗਾ ਉਹਦੇ ਵਿੱਚ ਇਹ ਆਇਆ ਕਿ ਜਿਹੜਾ ਵਿਲੀਅਮ ਬਲੇਕ ਹੈ ਉਹ ਕਿਤੇ ਜਾ ਰਿਹਾ ਹੈ, ਰਸਤੇ 'ਚ ਉਹ ਪਾਈਪਿੰਗ ਕਰਦਾ ਹੋਇਆ ਜਾ ਰਿਹਾ ਹੈ। ਪਾਈਪਿੰਗ ਮਤਲਬ ਕਿ ਬੰਸਰੀ ਵਜਾਉਂਦਾ ਜਾ ਰਿਹਾ ਹੈ। ਰਸਤੇ 'ਚ ਉਸ ਨੂੰ ਕਲਾਊਡ ਦੇ ਵਿੱਚੋਂ ਕੋਈ ਬੱਚਾ ਦਿਖਦਾ ਹੈ। ਬੱਚਾ ਉਸ ਨੂੰ ਕਹਿੰਦਾ ਹੈ ਕਿ ਮੈਨੂੰ ਕੋਈ ਸੌਂਗ ਸੁਣਾ। ਤਾਂ ਫਿਰ ਉਹ ਪਹਿਲਾਂ ਪਾਈਪ ਦੇ ਨਾਲ ਸੌਂਗ ਸੁਣਾਉਂਦਾ ਹੈ ਤੇ ਬੱਚਾ ਰੋ ਪੈਂਦਾ ਹੈ। ਫਿਰ ਬੱਚਾ ਫਿਰ ਰਿਕੁਐਸਟ ਕਰਦਾ ਹੈ ਥਰਡ ਪੈਰੇ ਦੇ ਵਿੱਚ ਕਿ ਮੈਨੂੰ ਸੌਂਗ ਦੁਬਾਰਾ ਸੁਣਾ, ਬਟ ਇਸ ਵਾਰੀ ਪਾਈਪ ਦੇ ਨਾਲ ਨਾ ਸੁਣਾਈ, ਮਤਲਬ ਬੰਸਰੀ ਨਾ ਵਜਾਈ। ਤਾਂ ਫਿਰ ਉਹ ਆਪਣਾ ਸੌਂਗ ਬੱਚੇ ਨੂੰ ਸੁਣਾਉਂਦਾ ਤਾਂ ਬੱਚਾ ਇਸ ਟਾਈਮ ਮਤਲਬ ਰੋ ਪੈਂਦਾ, ਲੇਕਿਨ ਉਹ ਉਸਦੀਆਂ ਅੱਖਾਂ ਦੇ ਵਿੱਚ ਅਥਰੂ ਨੇ। ਹੁਣ ਅਸੀਂ ਅੱਗੇ ਕਰਦੇ ਹਾਂ ਜੀ। ਤੇ ਹੁਣ ਬੱਚਾ ਕੀ ਕਹਿੰਦਾ ਹੈ, ਕਹਿੰਦਾ ਡ੍ਰੌਪ दाई ਪਾਈਪ ਦਾ ਹੈਪੀ ਪਾਈਪ, sing thy songs of happy cheer, so I sung the same again while he wept with joy to hear। ਹੁਣ ਉਹ ਕਹਿੰਦਾ, ਬੱਚਾ ਕਹਿੰਦਾ ਆਈ ਥਿੰਕ ਆਪਾਂ ਨੇ ਕੱਲ ਸ਼ਾਇਦ ਇਹ ਪੈਰਾ ਕਰ ਲਿਆ ਸੀਗਾ। ਚਲੋ ਹਾਂ, ਤੀਸਰਾ ਪੈਰਾ ਕਰ ਲਿਆ ਸੀ, ਆਪਾਂ ਚੌਥਾ ਪੈਰਾ ਕਰਦੇ ਹਾਂ ਜੀ। ਵੈਸੇ ਮੈਂ ਚਲੋ ਦੱਸ ਦਿੰਦਾ ਇਹਦੇ ਵਿੱਚ ਕਿ ਬੱਚਾ ਕਹਿੰਦਾ ਹੈ ਕਿ ਤੂੰ ਆਪਣਾ ਹੁਣ ਜਿਹੜਾ ਪਾਈਪ ਹੈ, ਜਿਹੜੀ ਬੰਸਰੀ ਹੈ, ਇਸਨੂੰ ਨੀਚੇ ਰੱਖ ਦੇ। ਡ੍ਰੌਪ ਦਾ ਮਤਲਬ ਨੀਚੇ ਰੱਖ ਦੇ। ਹੈਪੀ ਪਾਈਪ ਹੈ ਇਹ ਤੇਰੀ, ਬਹੁਤ ਹੀ ਵਧੀਆ, ਮਤਲਬ ਤੇਰੀ ਬੰਸਰੀ ਹੈ ਜੋ ਬਹੁਤ ਵਧੀਆ ਗਾਣੇ ਸੁਣਾਉਂਦੀ ਹੈ। ਤਾਂ ਹੁਣ ਉਹ ਕਹਿੰਦਾ ਹੈ ਕਿ ਹੈਪੀ ਚੀਅਰ ਵਾਲੇ ਜਿਹੜੇ ਸੌਂਗਸ ਹੈ ਉਹਨਾਂ ਨੂੰ ਗਾ ਦੋ। ਹੈਪੀ ਚੀਅਰ, ਖੁਸ਼ੀ ਭਰੇ ਸੌਂਗਸ ਗਾ। ਇੱਥੇ ਦਾਈ ਦਾ ਮਤਲਬ ਮੈਂ ਤੁਹਾਨੂੰ ਕੱਲ ਦੱਸਿਆ ਸੀ ਕਿ ਇਟ ਇਜ਼ ਯੂਅਰ ਸੌਂਗ, ਕਿ ਜਿਹੜੇ ਤੂੰ ਆਪਣੇ ਗਾਣੇ ਗਾ ਰਹੇ ਹੈ ਇਹ ਤੂੰ ਸੁਣਾ। ਇਸ ਕਰਕੇ ਮੈਂ ਫਿਰ ਉਹ ਗਾਣਾ ਗਾਇਆ, ਸੰਗ। ਮੈਂ ਤੁਹਾਨੂੰ ਦੱਸਿਆ ਸੀ ਕਿ ਇੱਥੇ ਆਈ ਸੰਗ ਕਿਉਂ ਲੱਗਿਆ ਹੋਇਆ ਕੱਲ ਵਾਲੇ ਲੈਕਚਰ ਦੇ ਵਿੱਚ, ਵਾਈਲ ਹੀ ਵੈਪਟ। ਤੇ ਹੁਣ ਉਹ ਜਿਹੜਾ ਬੱਚਾ ਹੈ, ਹੀ ਦਾ ਮਤਲਬ ਇੱਥੇ ਉਸ ਚਾਈਲਡ ਨੂੰ ਕਿਹਾ ਗਿਆ ਹੈ ਕਿ ਉਹ ਹੁਣ ਰੋ ਪਿਆ। ਵੀਪ, ਵੈਪਟ ਵਰਬ ਦੀਆਂ ਫਾਰਮਸ ਹੁੰਦੀਆਂ ਵਿਦ ਜੋਏ ਟੂ ਹੀਅਰ। ਜੋਏ ਟੂ ਹੀਅਰ ਦਾ ਮਤਲਬ ਕਿ ਉਹ ਮਤਲਬ ਉਹ ਸੁਣ ਕੇ ਉਹਨੂੰ ਰੋ ਪਿਆ, ਮਤਲਬ ਉਹ ਇਸ ਟਾਈਮ ਉਹਦੀਆਂ ਅੱਖਾਂ ਵਿੱਚ ਖੁਸ਼ੀ ਦੇ ਅਥਰੂ ਸੀਗੇ। ਨਾਓ ਜੀ, ਨੈਕਸਟ ਜਿਹੜਾ ਸੈਕਿੰਡ ਲਾਸਟ ਸਟੈਂਜ਼ਾ ਹੈ ਇਸ ਪੋਇਮ ਦਾ। ਹੁਣ ਬੱਚਾ ਫਿਰ ਉਸ ਨੂੰ ਰਿਕੁਐਸਟ ਕਰ ਰਿਹਾ। ਦੇਖੋ, ਇਹ ਪੂਰੀ ਪੋਇਮ ਦੇ ਵਿੱਚ ਨਾ ਬੱਚਾ ਹੀ ਕੋਈ ਨਾ ਕੋਈ ਰਿਕੁਐਸਟ ਕਰ ਰਿਹਾ ਜਾਂ ਇੱਕ ਤਰਫਾ ਗੱਲਬਾਤ ਹੈ। ਬੱਚਾ ਪਾਈਪਰ ਨੂੰ ਕੋਈ ਨਾ ਕੋਈ ਗੱਲ ਕਹਿੰਦਾ ਹੈ ਹਰ ਇੱਕ ਸਟੈਂਜ਼ੇ ਦੇ ਵਿੱਚ। ਜਿਹੜਾ ਪਾਈਪਰ ਹੈ ਜਾਂ ਜਿਹੜਾ ਸਾਡਾ ਜਿਹੜਾ ਕਵੀ ਹੈ, ਪੋਇਟ ਹੈ ਵਿਲੀਅਮ ਬਲੇਕ, ਉਹ ਆਪਣੇ ਵੱਲੋਂ ਆਪਣੇ ਮੂੰਹੋਂ ਕੁਝ ਨਹੀਂ ਕਹਿੰਦਾ। ਹੁਣ ਉਹ ਫਿਰ ਬੱਚਾ ਕਹਿੰਦਾ ਕਿ ਪਾਈਪਰ ਸਿਟ ਦੀ ਡਾਊਨ ਐਂਡ ਰਾਈਟ। ਇੱਥੇ ਦੇਖੋ ਇੱਕ ਦਾਏ ਆਇਆ ਹੈ ਨਾ, ਮੈਂ ਤੁਹਾਨੂੰ ਇੱਥੇ ਆਹ ਵਾਲਾ ਵਰਡ ਦੱਸਿਆ ਸੀ ਦਾਏ, ਇੱਕ ਆਇਆ ਦੀ। ਇਹ ਦੋਨੇ ਵਰਡਸ ਹੈ ਨਾ ਹੁਣ ਆਊਟਡੇਟਿਡ ਹੋ ਚੁੱਕੇ, ਦੀ ਐਂਡ ਦਾਏ। ਦਾਏ ਦਾ ਮਤਲਬ ਹੁੰਦਾ ਹੈ ਯੋਰ ਤੇ ਦੀ ਦਾ ਮਤਲਬ ਹੁੰਦਾ ਹੈ ਯੂ। ਇਹ ਪੁਰਾਣੇ ਟਾਈਮਸ ਦੀਆਂ ਜਿਹੜੀਆਂ ਤੁਸੀਂ ਬੇਟਾ ਪੋਇਮਸ ਪੜ੍ਹੋਗੇ ਜੋ ਕਿ 17th ਸੈਂਚੁਰੀ ਦੇ ਵਿੱਚ ਜਾਂ 18ਵੀਂ ਸਦੀ ਦੇ ਵਿੱਚ, 17ਵੀਂ ਸਦੀ ਦੇ ਵਿੱਚ ਲਿਖੀਆਂ ਗਈਆਂ, ਉਹਨਾਂ ਦੇ ਵਿੱਚ ਇਹ ਵਰਡਸ ਤੁਸੀਂ ਪਾਓਗੇ। ਅੱਜ ਕੱਲ ਜਿਹੜੀਆਂ ਪੋਇਮਸ ਲਿਖੀਆਂ ਜਾਂਦੀਆਂ ਉਹਨਾਂ ਦੇ ਵਿੱਚ ਇਹ ਵਰਡਸ ਨਹੀਂ ਪਾਏ ਜਾਂਦੇ। ਤਾਂ ਹੁਣ ਉਹ ਕਹਿੰਦਾ ਵੀ ਹੁਣ ਤੂੰ ਬੈਠ ਜਾ, ਸਿਟ ਦੀ ਡਾਊਨ ਮਤਲਬ ਤੂੰ ਹੁਣ ਬੈਠ ਜਾ, ਨੀਚੇ ਬੈਠ ਜਾ, ਐਂਡ ਰਾਈਟ ਤੇ ਤੂੰ ਲਿਖ। ਉਹ ਬੱਚਾ ਕਹਿ ਰਿਹਾ ਪਾਈਪਰ ਨੂੰ, ਕਵੀ ਨੂੰ, ਪੋਇਟ ਨੂੰ, ਇੱਕ ਬੁੱਕ ਦੇ ਵਿੱਚ ਲਿਖ
that all may read, ताकि हर कोई इसनू पढ़ सके। किस चीज ਨੂੰ ਲਿਖਣ ਨੂੰ ਕਹਿ ਰਿਹਾ ਬੱਚਾ? ਬੱਚਾ ਉਹੀ Song ਲਿਖਣ ਨੂੰ ਕਹਿ ਰਿਹਾ ਹੈ ਜੋ Song ਪਾਈਪਰ ਨੇ ਬੱਚੇ ਨੂੰ ਸੁਣਾਇਆ ਹੈ। 2 ਵਾਰੀ ਸੁਣਾਇਆ, ਇੱਕ ਵਾਰੀ ਪਾਈਪ ਦੇ ਨਾਲ, ਦੂਸਰੀ ਵਾਰੀ ਬਿਨਾ ਪਾਈਪ ਦੇ ਨਾਲ। ਤਾਂ ਹੁਣ ਉਹ ਬੱਚਾ ਰਿਕੁਐਸਟ ਕਰ ਰਿਹਾ ਹੈ ਪਾਈਪਰ ਨੂੰ, ਪੋਇਟ ਨੂੰ, ਕਿ ਤੂੰ ਨੀਚੇ ਬੈਠ ਜਾ, ਸਿਟ ਡਾਊਨ, ਬੈਠ ਕੇ ਲਿਖ। ਕੀ ਲਿਖ? ਇਹ ਸਾਰੇ Song ਜੋ ਤੂੰ ਮੈਨੂੰ ਸੁਣਾ ਰਹੇ ਹੈ ਇਹਨਾਂ ਨੂੰ ਇੱਕ ਬੁੱਕ ਦੀ ਸ਼ੇਪ ਦੇ। So he vanished from my sight. Vanished, vanish ਦਾ ਮਤਲਬ ਅਲੋਪ ਹੋ ਜਾਣਾ। ਇਸ ਕਰਕੇ ਉਹ ਅਲੋਪ ਹੋ ਗਿਆ from my sight, ਮੇਰੀ ਨਜ਼ਰ ਤੋਂ। ਸਾਈਡ ਦਾ ਮਤਲਬ ਨਜ਼ਰ, ਇਹ ਕਹਿ ਕੇ ਅਲੋਪ ਹੋ ਗਿਆ ਉਹ। ਦੇਖੋ ਬੱਦਲਾਂ ਦੇ ਵਿੱਚ ਉਹ ਬੱਚਾ ਉਸ ਨੂੰ ਦਿਖ ਰਿਹਾ ਹੈ ਤੇ ਬੱਦਲਾਂ ਦੇ ਵਿੱਚ ਹੀ ਅਲੋਪ ਹੋ ਜਾਂਦਾ ਹੈ, ਇਹ ਕਹਿ ਕੇ ਕਿ ਜਿਹੜੇ ਤੂੰ ਮੈਨੂੰ Song ਸੁਣਾਏ ਆ ਇਹਨਾਂ ਨੂੰ ਤੂੰ ਬੈਠ ਕੇ ਲਿਖ ਅਤੇ ਲਿਖ ਕੇ ਇੱਕ ਬੁੱਕ ਦੇ ਵਿੱਚ ਇਸ ਦੀ ਇਹਨਾਂ ਨੂੰ ਸਾਰੇ Songs ਨੂੰ ਇਕੱਠੇ ਕਰ ਤੇ ਉਹ ਤਾਂ ਕਿ ਬੁੱਕ ਸਾਰੇ ਬੱਚੇ ਜਾਂ ਸਾਰੇ ਜਣੇ ਉਸ ਨੂੰ ਰੀਡ ਕਰ ਸਕਣ। ਤਾਂ ਇਹ ਕਹਿ ਕੇ ਉਹ ਕੀ ਹੋ ਜਾਂਦਾ ਹੈ ਜੀ? ਵੈਨਿਸ਼ਡ ਹੋ ਜਾਂਦਾ ਹੈ, ਪੂਰੇ ਆਸਮਾਨ ਦੇ ਵਿੱਚੋਂ ਚਲਾ ਜਾਂਦਾ ਹੈ। ਸਾਈਡ ਦਾ ਮਤਲਬ ਨਜ਼ਰ ਤੋਂ। ਐਂਡ ਆਈ ਪਲੱਕਡ ਅ ਹੋਲੋ ਰੀਡ, ਅਤੇ ਮੈਂ ਕੀ ਕੀਤਾ? ਇੱਕ ਕਲਮ। ਰੀਡ ਦਾ ਮਤਲਬ ਬੇਟਾ ਕੀ ਹੁੰਦਾ ਹੈ? ਕਲਮ। ਇੱਕ ਕਲਮ। ਹੋਲੋ ਦਾ ਮਤਲਬ ਖੋਖਲੀ। ਤੁਹਾਨੂੰ ਪਤਾ, ਯਾਦ ਹੋਣਾ ਜਦੋਂ ਤੁਸੀਂ ਛੋਟੇ ਸੀਗੇ, ਸ਼ਾਇਦ ਤੁਹਾਨੂੰ ਤਾਂ ਪਤਾ ਨਹੀਂ, ਲੇਕਿਨ ਜਦੋਂ ਮੈਂ ਛੋਟਾ ਸੀਗਾ ਪਹਿਲੀ ਦੂਸਰੀ ਕਲਾਸ ਦੇ ਵਿੱਚ, ਤਾਂ ਸਾਨੂੰ ਫੱਟੀ ਦੇ ਨਾਲ ਕਲਮ ਹੁੰਦੀ ਸੀ, ਉਹ ਫੱਟੀ ਦੇ ਉੱਪਰ ਅਸੀਂ ਲਿਖਦੇ ਸੀ ਕਲਮ ਦਵਾਤ ਦੇ ਨਾਲ। ਉਹ ਕਲਮ ਕੀ ਹੈ? ਉਹ ਹੋਲੋ ਹੁੰਦੀ ਹੈ ਅੰਦਰੋਂ, ਉਹ ਖੋਖਲੀ ਹੁੰਦੀ ਹੈ। ਉਹਨੂੰ ਮੂਹਰੋਂ ਕੱਟ ਲਿਆ ਜਾਂਦਾ ਹੈ ਤੇ ਫਿਰ ਉਹਨੂੰ ਡਬੋ ਕੇ ਉਹਦੇ ਵਿੱਚੋਂ ਇੰਕ ਪੋਟ ਦੇ ਵਿੱਚੋਂ ਤੇ ਫਿਰ ਫੱਟੀ ਦੇ ਉੱਪਰ ਗਾਜਨੀ ਫਿਰ ਕੇ ਲਿਖਿਆ ਜਾਂਦਾ ਹੈ। ਤਾਂ ਇੱਥੇ ਹੋਲੋ ਰੀਡ ਦਾ ਮਤਲਬ ਕਲਮ ਨੂੰ ਕਿਹਾ ਗਿਆ, ਕਲਮ। ਠੀਕ ਹੈ। ਤੇ ਕਲਮ ਨੂੰ ਮੈਂ ਤੋੜਿਆ। ਉਹ ਕਲਮ ਕਿਹਦੀ ਹੈ? ਉਹ ਬੁੱਟਿਆਂ ਤੋਂ ਹੀ ਮਿਲਦੀ ਹੈ ਨਾ ਆਪਾਂ ਨੂੰ। ਤਾਂ ਉਸਨੇ ਕਲਮ ਤੋੜੀ ਕਿਸੇ ਬੁੱਟੇ ਤੋਂ। ਪਲੱਗਡ, ਠੀਕ ਹੈ, ਵਰਬ ਦੀ ਫਾਰਮ ਹੈ। ਉਸਨੇ ਉਹ ਕਲਮ ਤੋੜੀ ਅਤੇ ਫਿਰ ਉਸ ਮਤਲਬ ਉਹਦੇ ਨਾਲ ਉਸਨੇ ਉਹ ਕਲਮ ਦੇ ਨਾਲ ਕਿਉਂ ਤੋੜੀ? ਕਿਉਂਕਿ ਉਸ ਦੇ ਨਾਲ ਉਸਨੇ ਰਾਈਟਿੰਗ ਕਰਨੀ ਹੈ। ਹੁਣ ਇੱਥੇ ਬੱਚਿਓ ਇੱਕ ਚੀਜ਼ ਦੇਖਣ ਵਾਲੀ ਹੈ ਜੋ ਮੈਂ ਸ਼ਾਇਦ ਕੰਪਲਸਰੀ ਚ ਦੱਸੀ ਸੀਗੀ ਤੇ ਮੈਂ ਕਿਹਾ ਸੀ ਬੱਚਿਆਂ ਨੂੰ ਜਦ ਮੈਂ ਲਾਈਨਸ ਰਿਟਨ ਇਨ ਅਰਲੀ ਸਪ੍ਰਿੰਗ ਕਰਾਇਆ ਕਿ ਇੱਥੇ ਦੇਖੋ ਇਸ ਪੈਰੇ ਦੇ ਵਿੱਚ ਨਾ 2 ਵਰਡਸ ਤੁਹਾਨੂੰ ਦੇਖਣੇ ਚਾਹੀਦੇ ਨੇ। ਇੱਕ ਹੈ ਵੈਨਿਸ਼ਡ ਤੇ ਇੱਕ ਹੈ ਪਲੱਗਡ। ਵੈਨਿਸ਼ਡ ਦੇ ਸਪੈਲਿੰਗ ਬੇਸਿਕਲੀ ਆਹ ਵਾਲੇ ਹੁੰਦੇ ਨੇ, ਵੈਨਿਸ਼ਡ, ਤੇ ਇਸੇ ਤਰ੍ਹਾਂ ਪਲੱਗਡ, ਇਹਦੇ ਸਪੈਲਿੰਗ ਆਹ ਵਾਲੇ ਹੁੰਦੇ ਆ। ਲੇਕਿਨ ਤੁਸੀਂ ਧਿਆਨ ਨਾਲ ਦੇਖੋ, ਕਵੀ ਨੇ ਈ ਨਹੀਂ ਪਾਈ। ਈ ਦੀ ਥਾਂ ਤੇ ਉਹਨੇ ਕੀ ਕੀਤਾ? ਵੈਨਿਸ਼ ਪਾ ਕੇ ਐਪ ਪਾ ਕੇ ਡੀ ਪਾਤੀ। ਤੁਹਾਨੂੰ ਪਤਾ ਹੈ ਆਹ ਚੀਜ਼ ਨੂੰ ਕੀ ਕਹਿੰਦੇ ਆਪਾਂ? ਐਪੋਸਟ੍ਰਫੀ ਕਹਿੰਦੇ ਆ, ਹੈ ਨਾ। ਇਸੇ ਤਰ੍ਹਾਂ ਉਸਨੇ ਕੀ ਕਿਹਾ? ਪਲੱਗ ਪਾ ਕੇ ਐਪ ਪਾ ਕੇ ਡੀ ਪਾਤੀ, ਮਤਲਬ ਕਿ ਈ ਉਸਨੇ ਛੱਡਤੀ, ਈ ਦੀ ਥਾਂ ਤੇ ਕੀ ਪਾਤੀ? ਐਪੋਸਟ੍ਰਫੀ ਪਾਤੀ। ਐਵੇਂ ਕਵੀ ਨੇ ਕਿਉਂ ਕੀਤਾ? ਇਹ ਬੱਚਿਓ ਇਹ ਕੀ ਹੁੰਦਾ ਹੈ ਕਿ ਇਹ ਨਾ ਜਿਹੜੀ ਸਾਡੀ ਪੋਇਮ ਹੁੰਦੀ ਹੈ, ਇਹ ਪੋਇਮ ਨੂੰ ਇੱਕ ਲੈਅ ਦੇ ਵਿੱਚ ਲਿਖਿਆ ਜਾਂਦਾ ਹੈ, ਇਹ ਰਾਈਮਿੰਗ ਦੇ ਵਿੱਚ ਲਿਖਿਆ ਜਾਂਦਾ ਹੈ। ਤੇ ਬੇਸਿਕਲੀ ਇਹ ਜਿਹੜੀ ਪੋਇਮ ਹੈ, ਮੈਂ ਕਦੇ ਤੁਹਾਨੂੰ ਐਕਚੁਅਲੀ ਨਾ ਇਹਦੇ ਲੈਪਟਾਪ ਤੇ ਤੁਹਾਨੂੰ ਸਮਝਾਉਣੀ ਔਖੀ ਹੋਏਗੀ। ਮੈਂ ਕਦੇ ਕਲਾਸ ਦੇ ਵਿੱਚ ਜਦ ਆਪਣੀ ਕਲਾਸ ਲੱਗੀ ਤੁਹਾਨੂੰ ਸਮਝਾਊਂਗਾ। ਕੀ ਹੁੰਦਾ ਹੈ ਕਿ ਜਦੋਂ ਆਪਾਂ ਨਾ ਪੋਇਮ ਲਿਖਦੇ ਹਾਂ ਤਾਂ ਆਪਣੇ ਇੱਕ ਲਿਮਿਟਿਡ ਆਪਣੇ ਕੋਲੇ ਕੀ ਕਹਾਂ ਮੈਂ ਕਿ ਆਪਾਂ ਨੇ ਉਸ ਜਿਹੜੇ ਅੱਖਰ ਹੁੰਦੇ ਨੇ, ਆਪਾਂ ਨੇ ਲਿਮਿਟਿਡ ਅੱਖਰ ਲਿਖਣੇ ਹੁੰਦੇ ਨੇ। ਅੱਖਰ ਹੁਣ ਦੇਖੋ ਪੋਇਮ ਦੇ ਵਿੱਚ ਅੱਖਰ ਕਿਵੇਂ ਹੈ? ਜਿਵੇਂ ਸਪੋਜ਼ ਕਰੋ ਇਹ ਤਾਂ ਵਰਡਸ ਹੋ ਗਏ। ਇੱਕ ਵਰਡ ਹੋ ਗਿਆ ਸੋ, ਫਿਰ ਹੀ, ਫਿਰ ਵੈਨਿਸ਼ਡ, ਫਿਰ ਫਰੋਮ, ਫਿਰ ਮਾਈ, ਫਿਰ ਸਾਈਟ, ਹੈ ਨਾ। ਤਾਂ ਟੋਟਲ ਇੱਕ ਲਾਈਨ 'ਚ ਵਰਡਸ ਕਿੰਨੇ ਹੋ ਗਏ? 6 ਹੋ ਗਏ। ਕਿਸੇ 'ਚ 6 ਹੈ, ਕਿਸੇ 'ਚ 5 ਹੈ। ਵੈਸੇ ਆਮ ਤੌਰ ਤੇ ਤੁਸੀਂ ਦੇਖੋ ਉੱਪਰ ਵਾਲੀ ਲਾਈਨ ਦੇ ਵਿੱਚ ਕਿੰਨੇ ਹੈ? 7 ਹੈ। 1 2 3 4 5 6 7, ਹੈ ਨਾ। ਤਾਂ ਜਿਹੜੀ ਇਹ ਵਾਲੀ ਏਬੀ ਵਾਲੇ ਸਟੈਂਜ਼ੇ ਵਾਲੀ ਜਿਹੜੀ ਪੋਇਮ ਹੁੰਦੀ ਹੈ ਨਾ, ਏਬੀ ਰਾਈਮਿੰਗ ਸਕੀਮ ਵਾਲੀ ਪੋਇਮ ਦੇ ਵਿੱਚ ਨਾ ਆਪਾਂ ਨੇ 5 ਤੋਂ 7 ਵਰਡਸ ਦੇ ਵਿੱਚ ਆਪਾਂ ਨੇ ਕੀ ਕਰਨੇ ਹੁੰਦੇ ਨੇ ਕਿ ਜਿਹੜੇ ਉਹਦੇ ਅੱਖਰ ਹੁੰਦੇ ਨੇ, ਆਪਾਂ ਨੇ ਅੱਖਰ ਵੀ ਸੇਮ ਰੱਖਣੇ ਹੁੰਦੇ ਨੇ। ਅੱਖਰ ਸੇਮ ਰੱਖਣ ਦੇ ਲਈ ਕੀ ਕਰਦਾ ਹੈ ਕਵੀ? ਅੱਖਰ ਉਡਾ ਦਿੰਦਾ ਹੈ। ਉਡਾਉਣ ਦਾ ਮਤਲਬ ਕੀ ਹੈ? ਉਸ ਦੀ ਥਾਂ ਤੇ ਐਪੋਸਟ੍ਰਫੀ ਪਾ ਦਿੰਦਾ ਹੈ। ਐਪੋਸਟ੍ਰਫੀ ਨੂੰ ਅੱਖਰ ਨਹੀਂ ਮੰਨਿਆ ਜਾਂਦਾ। ਤਾਂ ਅੱਖਰ ਸੇਮ ਕਰਨ ਦੇ ਲਈ ਸਾਰੇ ਵਿਉਂਤਬੰਦੀ ਕੀਤੀ ਜਾਂਦੀ ਹੈ। ਤਾਂ ਕਵੀ ਪੋਇਟ ਨੂੰ ਜਦੋਂ ਬੇਟਾ ਪੋਇਮ ਲਿਖਣੀ ਹੁੰਦੀ ਹੈ ਤਾਂ ਪੋਇਮ ਐਵੇਂ ਨਹੀਂ ਕਿ ਆਪਾਂ ਲਿਖਤੀ ਪੋਇਮ, ਉਸਦੇ ਆਪਾਂ ਨੂੰ ਗ੍ਰਾਮਰ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਇਹਨੂੰ ਇੰਗਲਿਸ਼ ਦੇ ਵਿੱਚ ਨਾ ਜਿਹੜੇ ਅੱਖਰ ਨੇ ਐਕਚੁਅਲੀ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਅੱਖਰ ਸੇਮ ਰੱਖਣੇ ਪੈਂਦੇ ਆ, ਇਹਨਾਂ ਨੂੰ ਆਪਾਂ ਸਿਲੇਬਲਸ ਕਹਿੰਦੇ ਆ। ਸਿਲੇਬਲਸ ਕਹਿੰਦੇ ਆ। ਉਹ ਸਿਲੇਬਲਸ ਕੀ ਹੁੰਦੇ ਆ ਇਹ ਮੈਂ ਤੁਹਾਨੂੰ ਦੇਖੋ ਕਲਾਸ ਦੇ ਵਿੱਚ ਦੱਸ ਸਕਦਾ, ਬਿਕੋਜ਼ ਐਵੇਂ ਸਮਝ ਨਹੀਂ ਆਣੇ। ਇਹ ਤੁਹਾਡੇ ਸਿਲੇਬਸ 'ਚ ਨਹੀਂ ਹੈਗੇ। ਵੈਸੇ ਸਿਲੇਬਸ ਕੀ ਹੁੰਦੇ ਆ ਇਹ ਤੁਹਾਡੇ ਸਿਲੇਬਸ 'ਚ ਨਹੀਂ ਹੈਗੇ। ਇਹ ਤੁਹਾਨੂੰ ਆਉਣਗੇ +2 ਦੇ ਵਿੱਚ ਜਾਂ ਇਲੈਕਟਿਵ BA ਜਦੋਂ ਕਰੋਗੇ ਤੁਸੀਂ ਉਦੋਂ ਆਉਣਗੇ। ਤਾਂ ਜਿਸ ਟਾਈਮ ਮਤਲਬ ਮੈਂ ਫਿਰ ਵੀ ਤੁਹਾਨੂੰ ਕੋਸ਼ਿਸ਼ ਕਰੂੰਗਾ ਕਿ ਕਲਾਸ ਦੇ ਵਿੱਚ ਕਦੇ ਮੈਂ ਇਹਨਾਂ ਨੂੰ
ਨਰੇਟ ਕਰਾਂ, ਤੁਹਾਨੂੰ ਦੱਸਾਂ ਕਿ ਪੋਇਮ ਲਿਖੀ ਕਿਵੇਂ ਜਾਂਦੀ ਹੈ, ਸਿਲੇਬਲਸ ਨੂੰ ਕਿਵੇਂ ਉਸ ਦੀ ਮਾਤਰਾ ਜਾਂ ਉਸ ਦੀ ਕਿੰਨੀ ਗਿਣਤੀ ਹੈ ਉਹ ਕਾਊਂਟਿੰਗ ਉਹ ਫਿਕਸ ਕੀਤੀ ਜਾਂਦੀ ਹੈ। ਤਾਂ ਇਹ ਸਿਲੇਬਸ ਜ਼ਿਆਦਾ ਨਾ ਹੋ ਜਾਣ ਤਾਂ ਉਹਨਾਂ ਨੇ ਕੀ ਕੀਤਾ, ਇੱਕ ਅੱਖਰ ਨੂੰ ਈ ਨੂੰ ਉਡਾਤਾ ਤੇ ਉਹਦੀ ਥਾਂ ਤੇ ਐਪੋਸਟ੍ਰੋਫੀ ਪਾਤੀ। ਤਾਂ ਇਹ ਕੰਮ ਕਈ ਕਵੀ ਕਰਦੇ ਨੇ। ਇਹ ਲਾਈਨਸ ਰਿਟਨ ਇਨ ਅਰਲੀ ਸਪ੍ਰਿੰਗ ਦੇ ਵਿੱਚ ਯਾਦ ਕਰੋ, ਟਿਸ ਵਰਡ ਆਇਆ ਸੀ ਜਦੋਂ ਮੈਂ ਤੁਹਾਨੂੰ ਦਿਖਾਇਆ ਸੀ, ਉਸਨੇ ਦਿਸ ਦੀ ਥਾਂ ਤੇ ਟਿਸ ਪਾਇਆ ਸੀ, ਟੀ ਐਪ ਪਾ ਕੇ IS ਪਾਈ ਸੀ, ਉਹਨੇ ਦਿਸ ਨਹੀਂ ਪਾਇਆ ਤਾਂ ਉਹਨੇ ਟਿਸ ਪਾਇਆ ਸੀਗਾ। ਮੈਂ ਸ਼ਾਇਦ ਤੁਹਾਨੂੰ ਦੱਸੀ ਸੀਗੀ ਲਾਈਨਸ ਰਿਟਨ ਇਨ ਅਰਲੀ ਸਪ੍ਰਿੰਗ। ਉੱਥੇ ਵੀ ਵਿਲੀਅਮ ਵਰਡਸਵਰਥ ਨੇ ਕੀ ਕੀਤਾ ਹੈ ਕਿ ਆਪਣੇ ਅੱਖਰਾਂ ਨੂੰ ਸੇਮ ਰੱਖਣ ਦੇ ਲਈ, ਸਿਲੇਬਲਸ ਨੂੰ ਸੇਮ ਰੱਖਣ ਦੇ ਲਈ ਐਚ ਉਡਾਤਾ ਤੇ ਉਹਦੀ ਥਾਂ ਤੇ ਐਪੋਸਟ੍ਰੋਫੀ ਪਾਤੀ ਤਾਂ ਕਿ ਉਸਦੇ ਸਿਲੇਬਲਸ ਸੇਮ ਰਹਿਣ, ਉਸਦੇ ਸਿਲੇਬਲਸ ਲਾਈਨ ਦੇ ਵਿੱਚ ਸਿਲੇਬਲਸ ਵੱਧ ਨਾ ਜਾਣ। ਤਾਂ ਇਹ ਵੀ ਧਿਆਨ ਰੱਖਣਾ ਪੈਂਦਾ। ਤਾਂ ਪੋਇਮ ਐਵੇਂ ਨਹੀਂ ਲਿਖੀ ਜਾਂਦੀ, ਤਾਂ ਇਹਦਾ ਇੱਕ ਤਰੀਕਾ ਹੈ। ਤਾਂ ਇਸ ਪੂਰੇ ਸਟੈਂਜ਼ੇ ਦੇ ਵਿੱਚ ਕੀ ਹੋਇਆ ਜੀ, ਇਸ ਪੂਰੇ ਸਟੈਂਜ਼ੇ ਦੇ ਵਿੱਚ ਇਹ ਹੋਇਆ ਕਿ ਜਿਹੜਾ ਬੱਚਾ ਹੈ ਉਹ ਕਵੀ ਨੂੰ ਕਹਿੰਦਾ ਹੈ ਕਿ ਤੂੰ ਬਹੁਤ ਵਧੀਆ ਕਵਿਤਾ ਮੈਨੂੰ ਸੁਣਾਈ, ਗਾਣਾ ਸੁਣਾਇਆ, ਲੇਕਿਨ ਹੁਣ ਇਹ ਗਾਣੇ ਸੁਣਨ ਦਾ ਟਾਈਮ ਕਿਹਦਾ ਹੈ, ਲੋਕਾਂ ਦਾ ਹੈ। ਇਹ ਬਾਕੀ ਲੋਕਾਂ ਨੂੰ ਵੀ ਇਹ ਕਵਿਤਾ ਸੁਣੇ, ਉਹਨਾਂ ਨੂੰ ਵੀ ਇਹ ਪੜ੍ਹਨ ਨੂੰ ਮਿਲੇ, ਤਾਂ ਤੂੰ ਇਹ ਸਿਰਫ ਬੋਲ ਨਾ, ਇਸ ਨੂੰ ਇੱਕ ਬੁੱਕ ਦੀ ਸ਼ੇਪ ਦੇ, ਬੁੱਕ ਦੇ ਵਿੱਚ ਲਿਖੇ, ਕਹਿ ਕੇ ਉਹ ਚਲਾ ਜਾਂਦਾ। ਤੇ ਕਵੀ ਉਸ ਦੀ ਗੱਲ ਮੰਨ ਲੈਂਦਾ ਬੱਚੇ ਦੀ ਤੇ ਨਾਲ ਦੀ ਨਾਲ ਉਹ ਲਿਖਣਾ ਸ਼ੁਰੂ ਕਰ ਦਿੰਦਾ। ਤਾਂ ਫੇਰ ਕੀ ਹੈ, ਫੇਰ ਕੀ ਕਹਿੰਦਾ ਉਹ ਲਾਸਟ ਸਟੈਂਜ਼ਾ, and I made a rural pen and I stained the water clear and I wrote my happy songs every child may joy to hear। ਹੁਣ ਤੁਸੀਂ ਧਿਆਨ ਨਾਲ ਦੇਖੋ, ਪੈਨ ਤੇ ਸੌਂਗਸ ਦੀ ਜਾਂ ਪੈਨ ਦੀ ਕਿਸੇ ਦੇ ਨਾਲ ਜਿਹੜੀ ਸਾਊਂਡ ਹੈ ਉਹ ਨਹੀਂ ਮਿਲਦੀ। ਪੈਨ ਕਲੀਅਰ, ਸੌਂਗਸ ਹੀਅਰ ਨਹੀਂ ਮਿਲਦੀ, ਪੈਨ ਦੀ ਸਾਊਂਡ ਨਹੀਂ ਮਿਲਦੀ। ਤਾਂ ਆਪਾਂ ਪੈਨ ਦੀ ਸਾਊਂਡ ਨੂੰ ਜੇ ਆਪਾਂ A ਪਾ ਲਈਏ, ਕਲੀਅਰ ਦੀ ਸਾਊਂਡ ਨੂੰ ਆਪਾਂ B ਪਾ ਲਈਏ, ਸੌਂਗਸ ਵੀ ਨਹੀਂ ਮਿਲਦੇ ਤਾਂ ਆਪਾਂ ਇਹਨੂੰ C ਪਾ ਲਈਏ, ਹੀਅਰ ਦੀ ਸਾਊਂਡ ਨੂੰ ਆਪਾਂ B ਪਾ ਸਕਦੇ ਹਾਂ, ਬਿਕੋਜ਼ ਕਲੀਅਰ ਤੇ ਹੀਅਰ ਕੀ ਹੈ, ਸੇਮ ਹੈ। ਤਾਂ ਆਪਣੀ ਇਸ ਦੀ ਰਾਈਮਿੰਗ ਕੀ ਬਣੀ, ਜੇਕਰ ਆਪਾਂ ਸਿਰਫ ਇਸ ਸਟੈਂਜ਼ੇ ਦੀ ਗੱਲ ਕਰੀਏ, ਇਸ ਸਟੈਂਜ਼ੇ ਦੀ ਰਾਈਮਿੰਗ ਕੀ ਹੈ, ABCB। ਇਹ ਮੈਂ ਦੁਬਾਰਾ ਤੋਂ ਕਰਾ ਰਿਹਾ ਤੁਹਾਨੂੰ, ਸਿਰਫ ਪਹਿਲੇ ਪੈਰੇ ਦੀ ਜਿਹੜੀ ਰਾਈਮਿੰਗ ਹੈ ਉਹ ABAB ਹੈ। ਵਾਈਲਡ, ਗਲੀ, ਚਾਈਲਡ, ਮੀ। ਵਾਈਲਡ ਦੀ ਰਾਈਮਿੰਗ ਮਿਲਦੀ ਹੈ ਚਾਈਲਡ ਦੇ ਨਾਲ, ਗਲੀ ਦੀ ਰਾਈਮਿੰਗ ਮਿਲਦੀ ਹੈ ਮੀ ਦੇ ਨਾਲ। ਵਾਈਲਡ ਨੂੰ ਆਪਾਂ A ਲਿਖ ਸਕਦੇ ਹਾਂ, ਗਲੀ ਨੂੰ B ਲਿਖ ਸਕਦੇ ਹਾਂ। ਚਾਈਲਡ ਦੀ ਰਾਈਮਿੰਗ ਸੇਮ A ਵਰਗੀ ਹੈ, ਮੀ ਦੀ ਰਾਈਮਿੰਗ ਫੇਰ ਸੇਮ ਗਲੀ ਵਰਗੀ ਹੈ, ਤਾਂ AB। ਸਿਰਫ ਪਹਿਲੇ ਪੈਰੇ ਦੀ ਜਿਹੜੀ ਰਾਈਮਿੰਗ ਹੈ ABAB ਹੈ, ਬਾਕੀ ਸਾਰਿਆਂ ਦੀ ਰਾਈਮਿੰਗ ਜਿਹੜੀ ਹੈ ਉਹ ਕੀ ਹੈ ਜੀ, ABCB। ਜੇ ਆਪਾਂ ਕੱਲੇ ਕੱਲੇ ਦੀ ਸਟੈਂਜ਼ੇ ਦੀ ਰਾਈਮਿੰਗ ਲਿਖੀਏ, ਠੀਕ ਹੈ, ਜੇ ਆਪਾਂ ਨੇ ਕੱਲੇ ਕੱਲੇ ਸਟੈਂਜ਼ੇ ਦੀ ਰਾਈਮਿੰਗ ਲਿਖਣੀ ਹੋਵੇ ਤਾਂ ਕੱਲੇ ਕੱਲੇ ਸਟੈਂਜ਼ੇ ਦੀ ਰਾਈਮਿੰਗ ਕੀ ਹੈ, ABAB, ABCB। ਇਹਦੀ ਵੀ ABCB ਹੈ ਤੀਸਰੇ ਪੈਰੇ ਦੀ, ਤੇ ਇਸ ਦੀ ਵੀ ABCB ਹੈ, ਓਕੇ, ਤੇ ਚੌਥੇ ਪੈਰੇ ਦੀ, ਲਾਸਟ ਪੈਰੇ ਦੀ ਵੀ ABCB ਹੈ। ਤਾਂ ਇੰਡੀਵਿਜੂਅਲ ਪੈਰੇ ਦੀ ਰਾਈਮਿੰਗ ਵੀ ਤੁਹਾਨੂੰ ਪੇਪਰ 'ਚ ਆ ਜਾਂਦੀ ਹੈ, ਬੜੀ ਆਸਾਨ ਹੈ ਇਹ ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਤਾਂ ਤੁਸੀਂ ਸਮਝ ਲਓਗੇ। ਹਾਂਜੀ, ਹੁਣ ਆਪਾਂ ਇਸ ਪੈਰੇ ਨੂੰ ਕਰਦੇ ਹਾਂ। ਕਹਿੰਦੇ ਫਿਰ ਮੈਨੇ ਕੀ ਕੀਤਾ, ਇੱਕ ਰੂਰਲ ਪੈਨ ਬਣਾਇਆ। ਰੂਰਲ ਕਿਹਨੂੰ ਕਹਿੰਦੇ ਨੇ, ਰੂਰਲ ਕਹਿੰਦੇ ਨੇ ਪੇਂਡੂ, ਹੈ ਨਾ, ਪੇਂਡੂ ਲੋਕਾਂ ਨੂੰ ਆਪਾਂ ਰੂਰਲ ਕਹਿੰਦੇ ਆ, ਪਿੰਡ ਨੂੰ ਕਹਿੰਦੇ ਆ। ਬਟ ਇੱਥੇ ਰੂਰਲ ਦਾ ਮਤਲਬ ਪੇਂਡੂ ਨਹੀਂ ਹੈ, ਰੂਰਲ ਦਾ ਮਤਲਬ ਹੈ ਨੇਚਰ ਤੋਂ ਬਣਾਇਆ ਉਸਨੇ ਪੈਨ। ਆਮ ਤੌਰ ਤੇ ਹੁਣ ਜਿਹੜੇ ਤੁਹਾਡੇ ਹੱਥਾਂ 'ਚ ਪੈਨ ਹੈ ਬੇਟਾ, ਇਹ ਨੇਚਰ ਦੇ ਪੈਨ ਹੈ? ਨੋ, ਇਹ ਕੰਪਨੀ ਮੇਡ ਪੈਨ ਨੇ, ਮਸ਼ੀਨਾਂ ਮੇਡ ਪੈਨ ਨੇ। ਸਾਡੇ ਹੱਥਾਂ 'ਚ ਸਾਰੇ ਪੈਨ ਕੀ ਨੇ, ਇਹ ਮਸ਼ੀਨਾਂ ਦੇ ਮੇਡ ਪੈਨ ਨੇ, ਮਸ਼ੀਨਾਂ ਦੁਆਰਾ ਬਣਦੇ ਨੇ ਪੈਨ। ਇਹਨੂੰ ਨੇਚਰ, ਆਪਾਂ ਨੇਚਰ ਤੋਂ ਤਾਂ ਨਹੀਂ ਬਣਾਉਂਦੇ ਇਹ ਪੈਨ, ਹਾਲਾਂਕਿ ਮਟੀਰੀਅਲ ਜ਼ਰੂਰ ਨੇਚਰ ਤੋਂ ਮਿਲਦਾ ਹੈ, ਪਲਾਸਟਿਕ ਵੀ ਨੇਚਰ ਤੋਂ ਮਿਲਦਾ ਹੈ, ਸਿੱਕਾ ਵੀ ਨੇਚਰ ਤੋਂ ਮਿਲਦਾ ਹੈ, ਲੇਕਿਨ ਇਹ ਸਾਰੇ ਮਸ਼ੀਨਾਂ ਦੁਆਰਾ ਬਣੇ ਹੋਏ ਪੈਨ ਨੇ। ਆਪਾਂ ਇਹਨਾਂ ਨੂੰ ਰੂਰਲ ਪੈਨ ਨਹੀਂ ਕਹਿ ਸਕਦੇ। ਰੂਰਲ ਪੈਨ ਕੀ ਹੈ, ਉਹੀ ਫੱਟੀ ਵਾਲਾ ਕਲਮ, ਦਵਾਤ ਵਾਲੀ ਜਿਹੜੀ ਕਲਮ ਹੈ ਜਿਸ ਤੇ ਆਪਾਂ ਬਚਪਨ 'ਚ ਲਿਖਦੇ ਹੁੰਦੇ ਸੀਗੇ, ਉਹ ਰੂਰਲ ਪੈਨ ਹੈ, ਕਿਉਂਕਿ ਉਹ ਮਸ਼ੀਨਾਂ ਦੁਆਰਾ ਨਹੀਂ ਬਣਿਆ, ਉਹ ਸਿੱਧਾ ਨੇਚਰ ਤੋਂ ਅਸੀਂ ਇੱਕ ਕੰਨਾ ਚੱਕਿਆ, ਉਸ ਨੂੰ ਤਿੱਖਾ ਕੀਤਾ ਤੇ ਦਵਾਤ 'ਚ ਡਬੋ ਕੇ ਅਸੀਂ ਲਿਖਣ ਲੱਗੇ। ਇਸ ਕਰਕੇ ਕਵੀ ਨੇ ਇੱਥੇ ਪੈਨ ਨੂੰ ਕੀ ਕਿਹਾ, ਰੂਰਲ ਪੈਨ ਕਿਹਾ। ਤਾਂ ਰੂਰਲ ਪੈਨ ਦਾ ਮਤਲਬ ਬਿਕੋਜ਼ ਦੈਟ ਪੈਨ ਵਾਜ਼ ਮੇਡ ਫਰੋਮ ਪਲਾਂਟਸ, ਠੀਕ ਹੈ, ਪਲਾਂਟਸ ਤੋਂ ਬਣਿਆ ਸੀਗਾ, ਉਹ ਪਲਾਂਟ ਤੋਂ ਬਣਾਇਆ ਸੀ, ਤੁਹਾਨੂੰ ਦੱਸਿਆ ਨਾ, ਹੋਲੋ ਰੀਡ ਤੋਂ ਬਣਾਇਆ ਸੀ ਉਸਨੇ। ਐਂਡ ਆਈ ਸਟੇਨਡ ਦਾ ਵਾਟਰ ਕਲੀਅਰ, ਅਤੇ ਮੈਨੇ ਕੀ ਕੀਤਾ, ਜਿਹੜੀ ਮੇਰੀ ਦਵਾਤ ਸੀਗੀ ਉਸ ਦਾ ਪਾਣੀ, ਉਸ ਦਵਾਤ ਦੇ ਵਿੱਚ ਪਾਣੀ ਪਿਆ ਹੋਇਆ ਸੀਗਾ, ਤੇ ਉਸ ਨੂੰ ਮੈਨੇ ਕੀ ਕਰਤਾ, ਉਸ ਦੇ ਵਿੱਚ ਕੋਈ ਕੀ ਹੁੰਦਾ, ਜੇ ਤੁਸੀਂ ਯਾਦ ਕਰੋ, ਆਪਾਂ ਪਾਣੀ ਦੇ ਵਿੱਚ ਨਾ ਇੱਕ ਆਪਾਂ ਨੂੰ ਟੁਕੜੀ ਜੀ ਮਿਲਦੀ ਹੈ, ਨੀਲੀ ਜੀ ਟੁਕੜੀ ਮਿਲਦੀ ਹੁੰਦੀ ਸੀ, ਆਪਾਂ ਉਹ ਦਵਾਤ ਦੇ ਵਿੱਚ ਪਾ ਦਿੰਦੇ ਸੀ ਤਾਂ ਉਹ ਰੰਗ ਬਣ ਜਾਂਦਾ ਸੀ, ਉਹਦਾ ਨੀਲਾ ਰੰਗ ਬਣ ਜਾਂਦਾ ਸੀਗਾ।
ਉਹਨੂੰ ਪਤਾ ਨਹੀਂ ਨੀਲਾ ਥੋਥਾ ਕਹਿੰਦੇ ਸੀ, ਰੱਬ ਜਾਣੇ ਕੀ ਕਹਿੰਦੇ ਸੀਗੇ, ਮੈਨੂੰ ਯਾਦ ਨਹੀਂ, ਕਿਉਂਕਿ ਮੈਂ ਬਚਪਨ ਚ ਮੈਂ ਵੀ ਫੱਟੀ ਤੇ ਲਿਖਿਆ ਪਹਿਲੀ ਦੂਸਰੀ ਕਲਾਸ ਚ। ਤੇ ਉਹ ਇਹੀ ਕਹਿ ਰਹੇ ਹੈ, ਕਹਿੰਦੇ ਜਿਹੜੀ ਮੇਰੀ ਦਵਾਤ ਦਾ ਵਾਟਰ ਹੈ ਉਸਨੂੰ ਮੈਨੇ ਸਟੇਨ ਕਰਤਾ ਨਾ। ਵਾਟ ਇਜ਼ ਦਾ ਮੀਨਿੰਗ ਆਫ ਸਟੇਨ? ਸਟੇਨ ਦਾ ਮਤਲਬ ਹੁੰਦਾ ਬੇਟਾ ਧੱਬਾ ਲਾਉਣਾ, ਹੈ ਨਾ, ਗੰਦਾ ਕਰਨਾ। ਸਟੇਨ ਦਾ ਮਤਲਬ ਦਾਗ ਲੱਗਣਾ, ਹੈ ਨਾ, ਸਟੇਨ। ਹੁਣ ਤੁਸੀਂ ਫੇਰ ਦੇਖੋ ਇੱਥੇ ਉਹਨੇ ਐਪ ਡੀ ਪਾਈ ਹੈ। ਸਟੇਨਡ ਦੇ ਸਪੈਲਿੰਗ ਕੀ ਨੇ? STAINED, ਇਹ ਸਪੈਲਿੰਗ ਹੈ ਸਟੇਨ, ਸਟੇਨਡ, ਸਟੇਨ। ਲੇਕਿਨ ਉਹਨੇ ਈ ਨਹੀਂ ਪਾਈ, ਈ ਦੀ ਥਾਂ ਤੇ ਐਪ ਪਾਤੀ। ਕਿਉਂ? ਸਿਲੇਬਲਸ ਫੇਰ ਉਹ ਸੀ ਕਿ ਇਸ ਲਾਈਨ ਦੇ ਸਿਲੇਬਲਸ ਸੇਮ ਰਹਿਣ। ਉਹਨਾਂ ਸਿਲੇਬਲਸ ਨੂੰ ਸੇਮ ਰੱਖਣ ਦੇ ਲਈ ਉਸਨੇ ਕੀ ਕੀਤਾ? ਉਸਨੇ ਸਟੇਨ ਚ ਐਪ ਪਾਤੀ, ਐਪਸਟ੍ਰਫੀ ਪਾਤੀ। ਤੇ ਮੈਨੇ ਕੀ ਕੀਤਾ? ਜਿਹੜਾ ਮੇਰੇ ਕੋਲੇ ਵਾਟਰ ਸੀਗਾ, ਕਲੀਅਰ ਵਾਟਰ ਸੀ, ਸਾਫ਼ ਵਾਟਰ ਨੂੰ ਮੈਨੇ ਕੀ ਕਰਤਾ? ਦਾਗਦਾਰ ਕਰਤਾ। ਦਾਗਦਾਰ ਦਾ ਮਤਲਬ ਇੱਥੇ ਕੀ ਹੈ ਕਿ ਮੈਂ ਉਸ ਦੇ ਵਿੱਚ ਰੰਗ ਮਿਕਸ ਕਰਤਾ। ਕਿਉਂ? ਕਿਉਂਕਿ ਉਸਨੇ ਫੱਟੀ ਤੇ ਲਿਖਣਾ ਹੈ ਆਪਣੀ, ਸੌਰੀ, ਜਾਂ ਕਿਸੇ ਕਾਗਜ਼ ਤੇ ਲਿਖਣਾ ਹੈ। ਐਂਡ ਆਈ ਰੋਟ ਮਾਈ ਹੈਪੀ ਸੌਂਗਸ। ਅਤੇ ਫਿਰ ਮੈਨੇ ਕੀ ਕੀਤਾ? ਮੇਰੇ ਜਿਹੜੇ ਹੈਪੀ ਸੌਂਗਸ ਹੈ, ਇੱਥੇ ਧਿਆਨ ਨਾਲ ਗੱਲ, ਇੱਥੇ ਸੈਡ ਸੌਂਗਸ ਨਹੀਂ ਲਿਖੇ ਉਸਨੇ, ਉਸਨੇ ਹੈਪੀ ਸੌਂਗਸ ਲਿਖੇ ਨੇ। ਸੌਂਗਸ ਆਫ ਇਨੋਸੈਂਸ ਦੇ ਵਿੱਚ ਸਾਰੇ ਹੈਪੀ ਸੌਂਗਸ ਨੇ, ਕੋਈ ਵੀ ਸੈਡ ਸੌਂਗ ਨਹੀਂ ਹੈ। ਤੇ ਉਸਨੇ ਮੈਨੇ ਹੈਪੀ ਸੌਂਗਸ ਲਿਖੇ ਆਪਣੀ ਬੁੱਕ ਦੇ ਵਿੱਚ, ਤਾਂ ਕਿ ਐਵਰੀ ਚਾਈਲਡ ਮਾਈ ਜੋਏ ਟੂ ਹੀਅਰ, ਹਰ ਇੱਕ ਬੱਚਾ ਮੇਰੇ ਗਾਣਿਆਂ ਨੂੰ ਸੁਣ ਕੇ ਖੁਸ਼ ਹੋ ਸਕੇ, ਜੋਏ ਕਰ ਸਕੇ, ਇੰਜੋਏ ਕਰ ਸਕੇ ਅਤੇ ਆਨੰਦ ਲੈ ਸਕੇ। ਤੇ ਫਿਰ ਮੈਨੇ ਕਿਹੜੀ ਬੁੱਕ ਲਿਖੀ? ਸੌਂਗਸ ਆਫ ਇਨੋਸੈਂਸ। ਤਾਂ ਇੱਥੇ ਹੁਣ ਵਿਲੀਅਮ ਬਲੇਕ ਕੀ ਕਹਿਣਾ ਚਾਹੁੰਦੇ ਆ? ਵਿਲੀਅਮ ਬਲੇਕ ਇਹ ਕਹਿਣਾ ਚਾਹੁੰਦੇ ਨੇ ਕਿ ਮੈਨੂੰ ਜਿਹੜੇ ਮੇਰੀਆਂ ਕਵਿਤਾਵਾਂ ਨੇ, ਜੋ ਮੈਂ ਕਵਿਤਾਵਾਂ ਲਿਖੀਆਂ ਨੇ, ਪੋਇਮਸ ਲਿਖੀਆਂ ਨੇ ਸੌਂਗਸ ਆਫ ਇਨੋਸੈਂਸ ਦੇ ਵਿੱਚ, ਉਹਦੀ ਪ੍ਰੇਰਨਾ ਮੈਨੂੰ ਕਿਹਨੇ ਦਿੱਤੀ ਹੈ? ਰੱਬ ਨੇ। ਰੱਬ ਨੇ ਪ੍ਰੇਰਨਾ ਦਿੱਤੀ ਹੈ। ਰੱਬ ਇੱਕ ਬੱਚੇ ਦੀ ਸ਼ੇਪ ਚ ਮੇਰੇ ਸੁਪਨੇ ਚ ਆਇਆ ਤੇ ਉਸਨੇ ਮੈਨੂੰ ਕਿਹਾ ਕਿ ਮੈਂ ਐਂ ਗਾਉਂਦਾ ਫਿਰ ਰਿਹਾ ਇੱਥੇ, ਕਦੇ ਇਹਨੂੰ ਸੁਣਾਤੀ ਕਦੇ ਉਹਨੂੰ ਸੁਣਾਤੀ, ਵੀ ਤੂੰ ਐਵੇਂ ਨਾ ਕਰ, ਤੂੰ ਇਹਨਾਂ ਨੂੰ ਬੁੱਕ ਦੀ ਸ਼ੇਪ ਦੇ ਵਿੱਚ ਸੌਂਗਸ ਲਿਖ, ਤਾਂ ਕਿ ਹਰ ਇੱਕ ਬੱਚਾ, ਹਰ ਇੱਕ ਇਨਸਾਨ ਇਹਨਾਂ ਸੌਂਗਸ ਨੂੰ ਪੜ੍ਹ ਸਕੇ ਤੇ ਇੰਜੋਏ ਕਰ ਸਕੇ। ਤੇ ਬੱਚਿਓ, ਅੱਜ ਤੁਸੀਂ ਵੀ ਉਸੇ ਸੌਂਗ ਨੂੰ ਪੜ੍ਹ ਰਹੇ ਹੋ, ਉਸੇ ਸੌਂਗ ਨੂੰ ਇੰਜੋਏ ਕਰ ਰਹੇ ਹੋ, ਤੇ ਉਸੇ ਸੌਂਗ ਦੀ ਤੁਸੀਂ ਅੱਜ ਰੀਡਿੰਗ ਕੀਤੀ। ਉਮੀਦ ਹੈ ਜੀ ਕਿ ਤੁਹਾਨੂੰ ਇਹ ਸਾਰੀ ਪੋਇਮ ਸਮਝ ਆ ਗਈ ਹੋਵੇਗੀ। ਪੋਇਮ ਮੇਰੇ ਵੱਲੋਂ ਕੰਪਲੀਟ ਹੈ ਤੇ ਮੈਂ ਹੁਣ ਤੁਹਾਡੇ ਵਿਚਾਰ ਜਾਣੂੰਗਾ ਵੀ ਤੁਹਾਨੂੰ ਕਿਸ ਤਰ੍ਹਾਂ ਦੀ ਪੋਇਮ ਲੱਗੀ, ਤੇ ਜੇ ਕੋਈ ਦਿੱਕਤ ਹੈ ਤਾਂ ਦੱਸੋ ਜੀ। ਸਪੀਕਰ ਔਨ ਕਰੋ ਜੀ ਸਾਰੇ ਜਣੇ। ਹਾਂਜੀ ਮਨਪ੍ਰੀਤ, ਕਿਵੇਂ ਲੱਗੀ ਪੋਇਮ? ਵਧੀਆ ਲੱਗੀ ਜੀ, ਮੈਨੂੰ ਸਮਝ ਵੀ ਆ ਗਈ ਜੀ। ਚਲੋ ਬਹੁਤ ਅੱਛੀ ਗੱਲ ਹੈ। ਤੁਸੀਂ ਸਪੀਕਰ ਆਫ ਕਰ ਸਕਦੇ ਹੋ। ਦਮਨ, ਸਪੀਕਰ ਔਨ ਕਰੋ ਜੀ। ਸਰ ਫਸਟ 3 ਸਟੈਂਜਾਸ ਨਹੀਂ ਸਮਝ ਕਿਹੜਾ? ਆਏ ਵੀ ਸਰ ਫਸਟ 3 ਬੇਟਾ ਤੁਸੀਂ ਕੱਲ ਕਲਾਸ ਨਹੀਂ ਲਾਈ, ਇਸ ਕਰਕੇ ਨਹੀਂ ਸਮਝ ਆਇਆ। ਚਲੋ ਮੈਂ ਦੁਬਾਰਾ ਤੋਂ ਫਟਾਫਟ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਠੀਕ ਹੈ? ਇੱਕ ਵਾਰੀ ਤੁਸੀਂ ਆਪਣੇ ਸਪੀਕਰ ਆਫ ਕਰ ਲਓ। ਓਕੇ ਸਰ। ਹਾਂਜੀ, ਕਿਉਂਕਿ ਕੱਲ कुछ बच्चे नहीं आए, चलो मैं फटाफट फेस समझा देना कि है कि इस पोइम ਦੇ ਵਿੱਚ ਤੁਹਾਡੀ ਵੀ ਰਿਵੀਜ਼ਨ ਹੋ ਜਾਏਗੀ, ਕੋਈ ਕਲਾਸ ਨਾ ਛੱਡ ਕੇ ਜਾਈਓ, ਆਪਣੇ ਕੋਲ ਟਾਈਮ ਹੈ ਹਜੇ। ਕਹਿੰਦੇ ਜਿਹੜਾ ਕਵੀ ਹੈ ਨਾ, ਉਹ ਵਾਈਲਡ ਵੈਲੀਜ਼ ਵੱਲ, ਵਾਈਲਡ ਦਾ ਮਤਲਬ ਹੁੰਦਾ ਜੰਗਲੀ, ਵੈਲੀ ਦਾ ਮਤਲਬ ਘਾਟੀ, ਹੈ ਨਾ, ਜੰਗਲੀ ਜੈਲੀ ਵਿੱਚ, ਜੰਗਲੀ ਵੈਲੀ ਦੇ ਵਿੱਚ, ਘਾਟੀ ਦੇ ਵਿੱਚੋਂ ਦੀ ਜਾ ਰਿਹਾ ਹੈ, ਜੰਗਲ ਚੋਂ ਜਾ ਰਿਹਾ ਹੈ, ਘਾਟੀ ਆ ਗਈ, ਘਾਟੀ ਚੋਂ ਜਾ ਰਿਹਾ ਹੈ। ਕੀ ਕਰਦਾ ਜਾ ਰਿਹਾ ਹੈ? ਪਾਈਪਿੰਗ ਕਰਦਾ ਜਾ ਰਿਹਾ ਹੈ। ਪਾਈਪਿੰਗ ਦਾ ਮਤਲਬ ਬੰਸਰੀ ਵਜਾਉਂਦਾ ਜਾ ਰਿਹਾ ਹੈ। ਤੇ ਉਹ ਕਿਹੜੇ ਸੌਂਗਸ ਗਾ ਰਿਹਾ ਹੈ? ਪਲੇਜ਼ੈਂਟ ਗਲੀ। ਪਲੇਜ਼ੈਂਟ ਗਲੀ ਦਾ ਮਤਲਬ ਉਹ ਬਹੁਤ ਹੀ ਖੁਸ਼ਨੁਮਾ, ਖੁਸ਼ੀ ਭਰੇ, ਆਨੰਦ ਭਰੇ ਸੌਂਗ ਗਾ ਰਿਹਾ ਹੈ, ਸੈਡ ਸੌਂਗ ਨਹੀਂ ਗਾ ਰਿਹਾ। ਇਹ ਧਿਆਨ ਰੱਖਣ ਵਾਲੀ ਗੱਲ ਹੈ। ਸੌਂਗਸ ਆਫ ਇਨੋਸੈਂਸ ਬੁੱਕ ਦੇ ਵਿੱਚ ਸਾਰੇ ਹੀ ਅੱਛੇ ਸੌਂਗਸ ਹੈ ਤੇ ਸੈਡ ਸੌਂਗ ਕੋਈ ਨਹੀਂ ਹੈ ਉਹਨਾਂ ਚੋਂ। ਪਲੇਜ਼ੈਂਟ ਗਲੀ ਦਾ ਮਤਲਬ ਹੈ ਕਿ ਖੁਸ਼ੀ ਭਰੇ ਗਾਣੇ ਗਾ ਰਹੇ ਹੈ। ਤਾਂ ਇੱਕਦਮ ਉਸ ਨੂੰ ਕੀ ਦਿਖਦਾ ਹੈ? ਇੱਕ ਬੱਚਾ ਦਿਖਦਾ ਹੈ ਆਸਮਾਨ ਤੇ, ਕਲਾਊਡ ਦਾ ਮਤਲਬ ਬੱਦਲ ਦੇ ਵਿੱਚ ਇੱਕ ਬੱਚਾ ਦਿਖਦਾ। ਹੁਣ ਇੱਥੇ ਬੱਚਾ ਇੱਕ ਰੱਬ ਦਾ ਰੂਪ ਹੈ, ਕਿਉਂਕਿ ਉਸਨੂੰ, ਹੁਣ ਇਹ ਗੱਲ ਇੱਥੇ ਬੇਟਾ ਸੋਚਣ ਵਾਲੀ ਹੈ ਕਿ ਉਸਨੂੰ ਬੱਚਾ ਜ਼ਮੀਨ ਤੇ ਨਹੀਂ ਦਿਖਦਾ। ਜੇ ਜ਼ਮੀਨ ਤੇ ਦਿਖਦਾ ਫਿਰ ਕੌਣ ਬੱਚਾ ਹੁੰਦਾ? ਫਿਰ ਇੱਕ ਆਮ ਬੱਚਾ ਹੁੰਦਾ, ਕਿਸੇ ਵੀ ਇਨਸਾਨ ਦਾ ਬੱਚਾ ਹੋ ਸਕਦਾ। ਲੇਕਿਨ ਉਸਨੂੰ ਬੱਚਾ ਕੌਣ ਦਿਖਦਾ ਹੈ? ਉਸਨੂੰ ਰੱਬ ਦਾ। ਹੁਣ ਇੱਥੇ ਨਾ ਐਕਚੁਅਲੀ ਇਹ ਪੋਇਮ ਇੱਕ ਤਰ੍ਹਾਂ ਦੀ ਜਿਹੜੀ ਸਾਡੀ ਈਸਾ ਮਸੀਹ ਦੀ ਕ੍ਰਾਈਸਟ, ਜਿਹਨੂੰ ਆਪਾਂ ਜੀਸਸ ਕ੍ਰਾਈਸਟ ਕਹਿੰਦੇ ਆ, ਤਾਂ ਉਹਦੇ ਨਾਲ ਰਿਲੇਟਡ ਪੋਇਮ ਹੈ। ਜੀਸਸ ਕ੍ਰਾਈਸਟ ਮੰਨਿਆ ਜਾਂਦਾ ਹੈ ਵੀ ਜਦੋਂ ਵੀ ਕਿਸੇ ਇਨਸਾਨ ਦੇ ਸੁਪਨੇ ਚ ਆਉਂਦੇ ਆ ਤਾਂ ਉਹ ਐਜ਼ ਅ ਚਾਈਲਡ ਆਉਂਦੇ ਆ, ਜੀਸਸ ਕ੍ਰਾਈਸਟ।
ਤਾਂ ਇਹ ਬਾਈਬਲ ਦੀ, ਜਿਵੇਂ ਆਪਣੀ ਸਾਰਿਆਂ ਦੀ ਧਾਰਮਿਕ ਬੁੱਕ ਗੀਤਾ ਹੈ, ਕੁਰਾਨ ਹੈ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ, ਤਾਂ ਐਵੇਂ ਬਾਈਬਲ ਵੀ ਈਸਾਈਆਂ ਦੀ ਧਾਰਮਿਕ ਬੁੱਕ ਹੈ। ਤਾਂ ਬਾਈਬਲ ਦੇ ਵਿੱਚ ਇਹ ਲਿਖਿਆ ਗਿਆ ਕਿ ਜਦੋਂ ਵੀ ਈਸਾ ਮਸੀਹ ਜਾਂ ਜੀਸਸ ਕ੍ਰਾਈਸਟ ਕਦੇ ਕਿਸੇ ਦੇ ਧਿਆਨ ਚ ਆਉਂਦੇ ਨੇ ਤਾਂ ਉਹ ਬੱਚੇ ਦੇ ਧਿਆਨ ਚ ਆਉਂਦੇ ਨੇ। ਤਾਂ ਹੁਣ ਉਹ ਬੱਚਾ ਐਕਚੁਅਲੀ ਕੀ ਹੈ, ਜੀਸਸ ਕ੍ਰਾਈਸਟ ਦਾ ਰੂਪ ਹੈ। ਆਪਾਂ ਇਹ ਕਹਿ ਸਕਦੇ ਹਾਂ ਕਿ ਰੱਬ ਦਾ ਰੂਪ ਹੈ। ਤੇ ਉਹ ਜਿਹੜਾ ਬੱਚਾ ਕੀ ਕਹਿੰਦਾ, ਹੀ ਲਾਫਿੰਗ ਸੈਡ ਟੂ ਮੀ, ਉਹ ਕਹਿੰਦਾ ਮੈਨੂੰ ਹੱਸਦੇ ਹੋਏ ਕਹਿੰਦਾ, ਕੁਝ ਕਹਿੰਦਾ। ਤਾਂ ਇਹ ਤਾਂ ਹੋ ਗਿਆ ਪਹਿਲਾ ਸਟੈਂਜ਼ਾ। ਦੂਸਰੇ ਸਟੈਂਜ਼ੇ ਦੇ ਵਿੱਚ ਉਹ ਕੀ ਕਹਿੰਦਾ, ਕਹਿੰਦਾ ਪਾਈਪ ਅ ਸੌਂਗ ਅਬਾਊਟ ਅ ਲੈਂਬ, ਕਹਿੰਦਾ ਮੈਨੂੰ ਤੁਸੀਂ ਇੱਕ ਲੈਂਬ ਬਾਰੇ ਗਾਣਾ ਸੁਣਾਓ। ਲੈਂਬ ਨਾ, ਲੈਂਬ ਕਿਹਨੂੰ ਕਿਹਾ ਜਾਂਦਾ, ਬੱਕਰੀ ਭੇਡ ਦੇ ਬੱਚੇ ਨੂੰ ਲੈਂਬ ਕਿਹਾ ਜਾਂਦਾ ਹੈ। ਲੇਕਿਨ ਇੱਥੇ ਲੈਂਬ ਦੀ ਐਲ ਵੱਡੀ ਹੈ, ਮੈਂ ਕੱਲ ਦੱਸਿਆ ਸੀਗਾ। ਕਿਉਂ ਵੱਡੀ ਹੈ? ਬਿਕੋਜ਼ ਇਹ ਆਮ ਭੇਡ ਦਾ ਬੱਚਾ ਨਹੀਂ ਹੈ, ਇੱਥੇ ਸਾਰੇ ਇਨਸਾਨਾਂ ਨੂੰ ਲੈਂਬ ਕਿਹਾ ਗਿਆ, ਕਿਉਂਕਿ ਅਸੀਂ ਸਾਰੇ ਮੰਨੇ ਜਾਂਦੇ ਹਾਂ ਕਿ ਅਸੀਂ ਪਰਮਾਤਮਾ ਦੇ ਬੱਚੇ ਹਾਂ, ਹੈ ਨਾ। ਤਾਂ ਪਰਮਾਤਮਾ ਦੇ ਬੱਚੇ ਨੂੰ ਲੈਂਬ ਕਿਹਾ ਗਿਆ। ਤਾਂ ਮੈਨੂੰ ਇਨਸਾਨਾਂ ਬਾਰੇ ਕੋਈ ਗਾਣਾ ਸੁਣਾਓ, ਕਵਿਤਾ ਸੁਣਾਓ। ਤਾਂ ਮੈਨੇ ਫਿਰ ਮੈਰੀ ਚੀਅਰ ਦਾ ਮਤਲਬ ਖੁਸ਼ ਹੋ ਕੇ, ਬਹੁਤ ਖੁਸ਼ ਹੋ ਕੇ ਮੈਨੇ ਗਾਣਾ ਸੁਣਾਇਆ। ਪਾਈਪ ਦਾ ਮਤਲਬ ਬੰਸਰੀ ਵਜਾਈ। ਫਿਰ ਬੱਚਾ ਕਹਿੰਦਾ ਪਾਈਪਰ ਪਾਈਪ ਦੈਟ ਸੌਂਗ ਅਗੇਨ, ਕਹਿੰਦੇ ਫਿਰ ਗਾਣਾ ਸੁਣਾ। ਇੱਕ ਵਾਰੀ ਗਾਣਾ ਸੁਣ ਕੇ ਪਾਈਪ ਵਾਲਾ, ਫਿਰ ਕਹਿੰਦਾ ਬੱਚਾ ਮੈਨੂੰ ਦੁਬਾਰਾ ਗਾਣਾ ਸੁਣਾ। ਸੋ ਆਈ ਪਾਈਪ, ਇਸ ਕਰਕੇ ਮੈਨੇ ਫਿਰ ਗਾਇਆ। ਐਂਡ ਹੀ ਵੈਪ ਟੂ ਹੀਅਰ, ਅਤੇ ਉਹ ਮੇਰਾ ਗਾਣਾ ਸੁਣ ਕੇ ਦੂਜੀ ਵਾਰੀ ਰੋ ਪਿਆ। ਪਹਿਲੀ ਵਾਰੀ ਨਹੀਂ ਰੋਇਆ, ਦੂਸਰੀ ਵਾਰੀ ਗਾਣਾ ਸੁਣ ਕੇ ਰੋ ਪਿਆ। ਇਹ ਹੋ ਗਿਆ ਸਾਡਾ ਸੈਕਿੰਡ ਸਟੈਂਜ਼ਾ। ਥਰਡ ਸਟੈਂਜ਼ੇ ਦੇ ਵਿੱਚ ਕੀ ਕਹਿੰਦਾ ਹੈ, ਬੱਚਾ ਫਿਰ ਇੱਕ ਰਿਕੁਐਸਟ ਕਰਦਾ ਹੈ ਪਾਈਪਰ ਨੂੰ, ਮਤਲਬ ਕਿ ਪੋਇਟ ਨੂੰ। ਕਹਿੰਦਾ ਡ੍ਰੌਪ ਦਾ ਪਾਈਪ ਦਾ ਹੈਪੀ ਪਾਈਪ। ਇਹ ਮੈਂ ਸ਼ਾਇਦ ਤੁਹਾਨੂੰ ਅੱਜ ਦੁਬਾਰਾ ਸਮਝਾ ਚੁੱਕਿਆ, ਤਾਂ ਦੁਬਾਰਾ ਕਹਿ ਦਿੰਦਾ ਚਲੋ। ਕਹਿੰਦੇ ਇਹ ਹੁਣ ਪਾਈਪ ਤੂੰ ਰੱਖ ਦੇ ਨੀਚੇ, ਜਿਹੜੀ ਤੂੰ ਬੰਸਰੀ ਵਜਾ ਰਿਹਾ ਇਹਨੂੰ ਨੀਚੇ ਰੱਖ ਦੇ, ਡ੍ਰੌਪ ਕਰ ਦੇ। ਹੈਪੀ ਪਾਈਪ, ਠੀਕ ਹੈ ਤੇਰੀ ਜਿਹੜੀ ਬੰਸਰੀ ਹੈ ਬੜੀ ਵਧੀਆ ਗਾਣੇ ਸੁਣਾਉਂਦੀ ਹੈ, ਤੇ ਹੁਣ ਤੂੰ ਮੈਨੂੰ ਹੈਪੀ ਚੀਅਰ, ਕੋਈ ਖੁਸ਼ੀ ਵਾਲਾ ਗਾਣਾ ਸੁਣਾ। ਯੂਅਰ ਸੌਂਗ ਦਾ ਇਹਦਾ ਮਤਲਬ ਯੂਅਰ, ਜਿਵੇਂ ਮੈਂ ਤੁਹਾਨੂੰ ਦੱਸਿਆ। ਐਂਡ ਆਈ ਸੰਗ ਦਾ ਸੇਮ ਅਗੇਨ, ਅਤੇ ਫਿਰ ਮੈਨੇ ਤੀਜੀ ਵਾਰੀ ਗਾਣਾ ਗਾਇਆ। ਦੇਖੋ ਫਸਟ 2 ਟਾਈਮ ਤਾਂ ਇੱਕ ਵਾਰੀ ਗਾਣਾ ਉਹਨੇ ਇੱਥੇ ਗਾਇਆ, ਦੇਖੋ ਦੂਜੀ ਵਾਰੀ ਗਾਣਾ ਇੱਥੇ ਗਾਇਆ, ਤੀਜੀ ਵਾਰੀ ਗਾਣਾ ਉਹਨੇ ਇੱਥੇ ਗਾਇਆ। ਤਾਂ ਐਂਡ ਹੀ ਵੈਪਟ ਵਿਦ ਜੋਏ ਟੂ ਹੀਅਰ, ਅਤੇ ਉਹ ਗਾਣਾ ਸੁਣ ਕੇ ਖੁਸ਼ੀ ਨਾਲ ਰੋ ਪਿਆ। ਪਹਿਲੀ ਵਾਰੀ ਉਹ ਜਦੋਂ ਰੋਇਆ ਤਾਂ ਐਕਚੁਅਲ ਰੋਇਆ ਸੀ, ਜਿਵੇਂ ਆਪਾਂ ਆਮ ਰੋਨੇ ਆ, ਲੇਕਿਨ ਹੁਣ ਉਹ ਖੁਸ਼ੀ ਨਾਲ ਰੋ ਰਿਹਾ ਹੈ, ਯਾਨੀ ਕਿ ਉਹਨੂੰ ਗਾਣਾ ਇੰਨਾ ਅੱਛਾ ਲੱਗਿਆ। ਤੇ ਜਦੋਂ ਉਹਨੂੰ ਗਾਣਾ ਇੰਨਾ ਅੱਛਾ ਲੱਗਿਆ, ਤੇ ਫਿਰ ਅੱਗੇ ਤਾਂ ਮੈਂ ਤੁਹਾਨੂੰ ਅੱਜ ਕਰਵਾਈ ਦਿੱਤਾ ਬੇਟਾ, ਤਾਂ ਮੈਨੂੰ ਲੱਗਦਾ ਸਾਰੀ ਪੋਇਮ ਕਲੀਅਰ ਹੋਏਗੀ। ਤਾਂ ਪੂਰੀ ਪੋਇਮ ਦਾ ਮਤਲਬ ਕੀ ਹੈ? ਪੂਰੀ ਪੋਇਮ ਦਾ ਮਤਲਬ ਇਹ ਹੈ ਕਿ ਵਿਲੀਅਮ ਬਲੇਕ ਨੂੰ ਸੌਂਗਸ ਆਫ ਇਨੋਸੈਂਸ ਵਾਲੀ ਜਿਹੜੀ ਪੋਇਮ ਹੈ, ਸੌਰੀ ਬੁੱਕ ਹੈ, ਉਹਨੂੰ ਲਿਖਣ ਦੀ ਪ੍ਰੇਰਨਾ ਕਿਹਨੇ ਦਿੱਤੀ? ਉਸਨੂੰ ਡ੍ਰੀਮ ਆਇਆ, ਜਾਂ ਹੋ ਸਕਦਾ ਹੈ ਕਿ ਉਸ ਦੇ ਨਾਲ ਬੇਟਾ ਸੱਚਮੁੱਚ ਹੀ ਭਾਣਾ ਵਾਪਰਿਆ ਹੋਵੇ, ਉਹਨੂੰ ਬੱਚਾ ਦੇਖਿਆ ਹੋਵੇ, ਜੀਸਸ ਕ੍ਰਾਈਸਟ ਉਸਨੂੰ ਨਜ਼ਰ ਆਏ ਹੋਣ। ਤਾਂ ਉਹਨਾਂ ਨੇ ਉਹ ਸਾਰੀ ਜਿਹੜੀ ਕਹਾਣੀ ਹੈ ਉਸਨੂੰ ਪੋਇਮ ਦੀ ਸ਼ੇਪ ਵਿੱਚ ਆਪਾਂ ਨੂੰ ਦੱਸੀ ਹੈ। ਹੁਣ ਦੱਸੋ ਜੀ ਜੇ ਕਿਸੇ ਨੂੰ ਦਿੱਕਤ ਹੈ। ਹਾਂ ਦਮਨ, ਕਲੀਅਰ ਹੋ ਗਈ ਸਾਰੀ? ਸਰ ਯੈਸ, ਹੁਣ ਸਮਝ ਆ ਗਈ ਹੈ। ਠੀਕ ਹੈ ਜੀ। ਅੱਛਾ ਜੀ, ਬਾਕੀ ਅਮਨ, ਗੁਰਮੀਤ, ਖੁਸ਼ਪ੍ਰੀਤ, ਦਸਨ ਜੀ, ਪੋਇਮ ਕਲੀਅਰ ਹੋ ਗਈ ਸਾਰੀ? ਹਾਂਜੀ ਸਰ, ਹੋ ਗਈ ਜੀ। ਕਿਸੇ ਨੂੰ ਕੋਈ ਦਿੱਕਤ ਹੋਵੇ ਬੇਟਾ ਤਾਂ ਮੈਨੂੰ ਤੁਸੀਂ ਪੁੱਛ ਸਕਦੇ ਹੋ, ਕਦੇ ਵੀ ਪੁੱਛ ਸਕਦੇ ਹੋ। ਖੁਸ਼ਪ੍ਰੀਤ? ਨਹੀਂ ਸਰ, ਸਮਝ ਆ ਗਈ ਜੀ। ਓਕੇ ਓਕੇ। ਰਾਮ ਪ੍ਰਤਾਪ, ਪ੍ਰਭਜੋਤ ਦੱਸੋ ਜੀ, ਸਿਮਰਜੀਤ, ਲਵਪ੍ਰੀਤ, ਸਪੀਕਰ ਔਨ ਕਰਕੇ ਦੱਸੋ। ਹਾਂਜੀ ਸਰ, ਹੋ ਗਈ। ਠੀਕ ਹੈ। ਅੱਛਾ ਬੇਟਾ, ਗੱਲ ਸਾਰੀ ਇਹ ਆ ਜਾਂਦੀ ਹੈ ਕਿ ਮੈਂ ਦੁਬਾਰਾ ਦੱਸਦਾ ਕਿ ਆਪਾਂ ਰੋਜ਼ 8:30 ਵਜੇ ਕਲਾਸ ਲਾਇਆ ਕਰਾਂਗੇ, ਬਿਕੋਜ਼ ਤੁਹਾਡੀ 9 ਵਜੇ ਪੋਲੀਟੀਕਲ ਸਾਇੰਸ ਦੀ ਕਲਾਸ ਹੁੰਦੀ ਹੈ, ਸ਼ਾਇਦ ਪਤਾ ਨਹੀਂ ਹਿਸਟਰੀ ਦੀ ਹੁੰਦੀ ਹੈ। ਤਾਂ ਆਪਾਂ ਸ਼ੁਰੂ 'ਚ ਅੱਧੇ ਘੰਟੇ ਦੀ ਕਲਾਸ ਲਾ ਲਿਆ ਕਰਾਂਗੇ। ਅੱਜ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਨਾ ਇਹ ਸਾਰੀ ਪੋਇਮ ਦੀ ਪੈਰਾਫਰੇਜ਼ ਕਰਨੀ ਹੈ, ਸਟੈਂਜ਼ਾ ਵਾਈਜ਼ ਤੁਸੀਂ ਆਪਣੀਆਂ ਕਾਪੀਜ਼ ਦੇ ਉੱਪਰ ਲਿਖਣਾ ਹੈ। ਜਿਵੇਂ ਦੇਖੋ, ਥੋੜੀ ਜਿਹੀ ਇੰਟਰਨੈਟ ਦੀ ਬੇਟਾ ਪ੍ਰੋਬਲਮ ਚੱਲ ਰਹੀ ਹੈ, ਕੋਈ ਨਾ ਠੀਕ ਹੋ ਜਾਏਗੀ, ਕੋਈ ਐਸੀ ਗੱਲ ਨਹੀਂ। ਤਾਂ ਜਿਵੇਂ ਹੁਣ ਲਾਸਟ ਪੈਰਾ ਹੈ ਨਾ, ਜਿਵੇਂ ਤੁਸੀਂ ਦੇਖੋ ਕਿ ਲਾਸਟ ਪੈਰੇ ਦੀ ਤੁਸੀਂ ਆਪਣੀ ਐਕਸਪਲੇਨੇਸ਼ਨ ਕਰਨੀ ਹੈ ਕਾਪੀ ਦੇ ਵਿੱਚ। ਤਾਂ ਤੁਸੀਂ ਕਿਵੇਂ ਕਰਨੀ ਹੈ? ਤੁਸੀਂ ਐਵੇਂ ਨਹੀਂ ਕਰਨਾ ਕਿ ਮੈਨੇ ਇੱਕ ਪੈਨ ਰੂਰਲ ਨੂੰ ਤੁਸੀਂ ਪੰਜਾਬੀ ਕਰਨ ਦੀ ਕੋਸ਼ਿਸ਼ ਨਾ ਕਰਿਓ। ਜਸਟ ਤੁਸੀਂ ਐਂ ਲਿਖਿਓ ਕਿ ਮੈਂ ਇੱਕ, ਤਾਂ ਕਵੀ ਨੇ ਇੱਕ ਰੂਰਲ ਪੈਨ ਬਣਾਇਆ, ਠੀਕ ਹੈ, ਐਵੇਂ ਲਿਖਿਓ ਇਸਨੂੰ, ਰੂਰਲ ਪੈਨ। ਰੂਰਲ ਦਾ ਮਤਲਬ ਤੁਹਾਨੂੰ ਪਤਾ ਲੱਗ ਗਿਆ ਕਿ ਉਸਨੇ ਪਲਾਂਟਸ ਤੋਂ ਪੈਨ ਬਣਾਇਆ। ਤੇ ਮੈਨੇ ਫਿਰ ਜਿਹੜਾ ਕਲੀਅਰ ਵਾਟਰ ਹੈ ਉਸਨੂੰ ਸਟੇਨਡ ਕਰਤਾ, ਐਵੇਂ ਲਿਖਣਾ ਹੈ, ਕਲੀਅਰ ਵਾਟਰ ਨੂੰ ਸਟੇਨ ਕਰਤਾ। ਐ ਨਹੀਂ ਲਿਖਣਾ ਕਿ ਕਲੀਅਰ ਵਾਟਰ ਨੂੰ ਮੈਨੇ, ਜਾਂ ਸਾਫ਼ ਪਾਣੀ ਨੂੰ ਮੈਨੇ ਦਾਗਦਾਰ ਕਰਤਾ, ਐਵੇਂ ਨਾ ਲਿਖੋ।
ਆਪਾਂ ਇੰਗਲਿਸ਼ ਸਿੱਖਣੀ ਹੈ, ਪੰਜਾਬੀ ਨਹੀਂ ਸਿੱਖਣੀ, ਤਾਂ ਪੰਜਾਬੀ ਇੰਗਲਿਸ਼ ਦੀ ਮਿਕਸਿੰਗ ਕਰਕੇ ਐਕਸਪਲੇਨੇਸ਼ਨ ਕਰਨੀ ਹੈ। ਫਿਰ ਮੈंने ਹੈਪੀ ਸੌਂਗਸ ਲਿਖੇ ਤੇ ਤਾਂ ਕਿ ਹਰ ਇੱਕ ਬੱਚਾ ਉਸ ਨੂੰ ਸੁਣ ਕੇ ਇੰਜੋਏ ਕਰ ਸਕੇ। ਇਸ ਤਰੀਕੇ ਦੇ ਨਾਲ ਬੇਟਾ ਤੁਸੀਂ ਛੋਟੀਆਂ ਛੋਟੀਆਂ ਲਾਈਨਾਂ ਦੇ ਵਿੱਚ 2 ਜਾਂ 3 ਲਾਈਨਾਂ ਦੇ ਵਿੱਚ ਪੈਰੇ ਦੀ ਐਕਸਪਲੇਨੇਸ਼ਨ ਹੋ ਜਾਂਦੀ ਹੈ। ਤੁਸੀਂ 6 ਦੀਆਂ 6 ਜਿਹੜੇ 5 ਦੀਆਂ 5 ਜਿਹੜੇ ਇਹਦੇ ਸਟੈਂਜੇਸ ਨੇ, ਇਸ ਨੂੰ ਤੁਸੀਂ ਆਪਣੀ ਕਾਪੀ ਤੇ ਲਿਖ ਲੈਣਾ, ਇੱਕ ਪੇਜ 'ਚ ਹੀ ਲਿਖਿਆ ਜਾਣਾ। ਅੱਛਾ, ਸਾਰੇ ਆ ਨਾ ਇਹਨਾਂ ਨੂੰ ਲਿਖਣ ਦੀ ਲੋੜ ਨਹੀਂ ਹੈ, ਸਾਰੀਆਂ ਲਾਈਨਸ ਨੂੰ ਲਿਖਣ ਦੀ ਲੋੜ ਨਹੀਂ, ਤੁਹਾਡੇ ਕੋਲੇ ਬੁੱਕ ਆ ਜਾਣੀ ਹੈ, ਤਾਂ ਬੁੱਕ ਹੈਗੀ ਆਪਾਂ ਉਹ 'ਚੋਂ ਕਰ ਸਕਦੇ ਹਾਂ। ਜਸਟ ਤੁਸੀਂ ਸਟੈਂਜਾ 1 ਪਾ ਦਿਓ, ਬਾਲੀ ਗੱਲ ਹੈ। ਸਟੈਂਜਾ 1 ਪਾ ਕੇ ਪਾਈਪਿੰਗ ਡਾਊਨ 2 ਅੱਖਰ ਪਾ ਕੇ ਫਿਰ ਡੈਸ਼ 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 ਪਾ ਕੇ ਲਾਸਟ ਵਾਲੇ 2 ਅੱਖਰ ਟੂ ਮੀ ਪਾ ਦਿਓ, ਠੀਕ ਹੈ, ਇੱਕ ਲਾਈਨ ਦੇ ਵਿੱਚ, ਤਾਂ ਕਿ ਪਤਾ ਲੱਗ ਜਾਏ ਕਿ ਸਟੈਂਜਾ 1 ਹੈ। ਨੀਚੇ ਉਹਦੀ ਐਕਸਪਲੇਨੇਸ਼ਨ ਕਰ ਦਿਓ। ਅੱਛਾ, ਮੈਂ ਇਹ ਵੀ ਦੱਸਦਾ ਤੁਹਾਨੂੰ ਸਾਰੇ ਬੱਚਿਆਂ ਨੂੰ ਬੇਟਾ ਕਿ ਆਪਣਾ ਜਿਹੜਾ ਪੇਪਰ ਦੇ ਵਿੱਚ ਪੋਇਮਸ ਦੇ ਵਿੱਚੋਂ 2 ਕੁਐਸਚਨਸ ਆਣਗੇ। ਇੱਕ ਤਾਂ ਸੈਂਟਰਲ ਆਈਡੀਆ ਆਏਗਾ, ਕੱਲ ਨੂੰ ਆਪਾਂ ਦਾ ਵੇ ਆਫ ਪੋਇਟਰੀ ਦਾ ਸੈਂਟਰਲ ਆਈਡੀਆ ਕਰਾਂਗੇ। ਸੈਂਟਰਲ ਆਈਡੀਆ ਦੀ ਮੈਂ ਤੁਹਾਨੂੰ PDF ਅੱਜ ਸ਼ਾਮ ਨੂੰ ਤੁਹਾਡੇ ਗਰੁੱਪ 'ਚ ਪਾ ਦੂੰਗਾ, ਤੁਸੀਂ ਉਸ ਨੂੰ ਉਤਾਰ ਲਿਓ ਕਾਪੀ ਤੇ, ਉਹਨੂੰ ਮੈਂ ਕੱਲ ਨੂੰ ਸਮਝਾ ਦੂੰਗਾ। ਤੇ ਨਾਲੇ ਦੂਸਰਾ ਕੁਐਸਚਨ ਆਂਦਾ ਤੁਹਾਡਾ ਇਹਦੇ ਵਿੱਚ, ਇੱਕ ਤਾਂ ਸੈਂਟਰਲ ਆਈਡੀਆ ਆਂਦਾ 5 ਨੰਬਰ ਦਾ, ਦੂਸਰਾ ਆਂਦਾ 5 ਨੰਬਰ ਦਾ ਕੰਟੈਕਸਟ ਵਿਦ ਐਕਸਪਲੇਨੇਸ਼ਨ। ਕੰਟੈਕਸਟ ਵਿਦ ਐਕਸਪਲੇਨੇਸ਼ਨ ਦਾ ਮਤਲਬ ਕੀ ਹੈ? ਪ੍ਰਸੰਗ ਸਹਿਤ ਵਿਆਖਿਆ। ਮੈਂ ਇੱਥੇ ਲਿਖ ਦਿੰਦਾ ਕੰਟੈਕਸਟ ਵਿਦ ਐਕਸਪਲੇਨੇਸ਼ਨ, ਇਹ ਆਪਾਂ ਨੇ ਇੰਗਲਿਸ਼ 'ਚ ਲਿਖਣੀ ਹੈ। ਡਰਨ ਦੀ ਲੋੜ ਨਹੀਂ, ਮੈਂ ਹੀ ਤੁਹਾਨੂੰ ਲਿਖ ਕੇ ਦਊਂਗਾ। ਸਾਰੇ ਨੋਟਸ ਮੇਰੇ ਕੋਲੇ ਬਣੇ ਹੋਏ ਆ, ਰੈਡੀਮੇਡ ਹੈ, ਕੋਈ ਚੱਕਰ ਨਹੀਂ, ਕੋਈ ਗਾਈਡ ਖਰੀਦਣ ਦੀ ਤੁਹਾਨੂੰ ਲੋੜ ਨਹੀਂ ਹੈ। ਜਸਟ ਆਪਾਂ ਬੁੱਕਸ ਜ਼ਰੂਰ ਬੇਟਾ ਖਰੀਦਣੀਆਂ ਨੇ, 200-250 ਦੀਆਂ ਬੁੱਕਸ ਨੇ ਉਹ ਸਾਰੀਆਂ ਹੀ, ਤਾਂ ਉਹ ਆਪਾਂ ਬੁੱਕਸ ਆਪਾਂ 90 ਤੋਂ ਮਿਲ ਜਾਂਦੀਆਂ ਨੇ। 50-50 60-60 ਰੁਪਏ ਦੀ ਬੁੱਕ ਹੈ, 3 ਬੁੱਕਸ ਹੈ, ਟੋਟਲ 250 ਰੁਪਇਆ ਲੱਗਦਾ, ਜ਼ਿਆਦਾ ਨਹੀਂ ਲੱਗਦਾ। ਤੇ ਆਪਾਂ ਨੂੰ ਕੋਈ ਗਾਈਡ ਦੀ ਜ਼ਰੂਰਤ ਨਹੀਂ ਹੈ, ਆਪਾਂ ਨੇ ਕਿਸੇ ਤੋਂ ਕੁਝ ਨਹੀਂ ਲੈਣਾ, ਸਾਰੇ ਨੋਟਸ ਮੇਰੇ ਕੋਲੇ ਅਵੇਲੇਬਲ ਹੈ, ਤੁਸੀਂ ਉਹੀ ਪੜ੍ਹ ਲਓ, ਪੇਪਰਾਂ ਦੇ ਵਿੱਚ ਤੁਹਾਡੀ ਹਾਈ ਫਸਟ ਸੁਪਰ ਹਾਈ ਫਸਟ ਡਿਵੀਜ਼ਨ ਆਊਗੀ। ਤਾਂ ਕੰਟੈਕਸਟ ਵਿਦ ਐਕਸਪਲੇਨੇਸ਼ਨ ਦਾ ਮਤਲਬ ਹੈ ਪ੍ਰਸੰਗ ਸਹਿਤ ਵਿਆਖਿਆ, ਠੀਕ ਹੈ। ਇਹ ਵੀ ਮੈਂ ਤੁਹਾਨੂੰ ਕੱਲ ਇੱਕ ਪੈਰੇ ਦੀ ਕਰਵਾਉਂਗਾ, ਤੁਹਾਨੂੰ ਦੱਸੂਗਾ ਕਿ ਕਿਵੇਂ ਕੀਤੀ ਜਾਂਦੀ ਹੈ। ਤਾਂ ਇਹ ਦੋਨੇ ਚੀਜ਼ਾਂ ਆਪਾਂ ਕੱਲ ਦੇ ਟੌਪਿਕ ਦੇ ਵਿੱਚ ਡਿਸਕਸ ਕਰਾਂਗੇ। ਸਾਰੇ ਬੱਚੇ ਹਾਜ਼ਰ ਹੋਇਆ ਕਰੋ ਬੇਟਾ, ਬਿਕੋਜ਼ ਇੰਗਲਿਸ਼ ਇਲੈਕਟਿਵ ਦੀ ਜਿਹਨੇ ਬੱਚੇ ਨੇ ਇੰਗਲਿਸ਼ ਇਲੈਕਟਿਵ ਪੜ੍ਹਨੀ ਹੈ, ਉਹ ਕਿਰਪਾ ਕਰਕੇ, ਮੈਂ ਬਾਰ-ਬਾਰ ਕਹਿੰਦਾ ਬੇਟਾ, ਕਲਾਸ ਨਾ ਛੱਡੇ। ਕਲਾਸ ਛੱਡੋਗੇ ਤਾਂ ਬੇਟਾ ਇੰਗਲਿਸ਼ ਇਲੈਕਟਿਵ ਸਮਝ ਨਹੀਂ ਆਣੀ। ਇਹ ਸਬਜੈਕਟ ਥੋੜਾ ਜਿਹਾ ਸਮਝਣ ਵਾਲਾ ਹੈ, ਰੱਟੇ ਵਾਲਾ ਸਬਜੈਕਟ ਨਹੀਂ ਹੈਗਾ। ਇਹਨੂੰ ਤੁਹਾਨੂੰ ਜੇ ਦੀਪਕ ਸਰ ਤੋਂ ਪੜ੍ਹੋਗੇ ਤਾਂ ਬਹੁਤ ਸੌਖਾ ਲੱਗੂਗਾ, ਜੇ ਤੁਸੀਂ ਰੱਟੇ ਮਾਰਨੇ ਸ਼ੁਰੂ ਕਰਤੇ ਫਿਰ ਪਾਸ ਹੋਣਾ ਵੀ ਔਖਾ ਹੋ ਜਾਊਗਾ, ਮੈਂ ਤੁਹਾਨੂੰ ਲਿਖ ਕੇ ਦਿੰਦਾ। ਇਸ ਕਰਕੇ ਜੇ ਹੁਣ ਤੁਸੀਂ ਇੰਗਲਿਸ਼ ਇਲੈਕਟਿਵ ਨੂੰ ਹੱਥ ਪਾ ਲਿਆ ਤਾਂ ਬਹੁਤ ਵਧੀਆ ਗੱਲ ਹੈ, ਬਹੁਤ ਹੀ ਵਧੀਆ ਸਕੋਪ ਵਾਲਾ ਸਬਜੈਕਟ ਹੈ, ਤਾਂ ਤੁਸੀਂ ਇਸ ਨੂੰ ਮਨ ਨਾਲ ਕਰੋ। ਅੱਧੇ ਘੰਟੇ ਦੀ ਕਲਾਸ ਲਾ ਲਿਆ ਕਰੋ, ਬਹੁਤ ਹੈ। ਮੈਂ ਇਸ ਦਾ ਰਿਕਾਰਡਡ ਲੈਕਚਰ ਵੀ ਤੁਹਾਨੂੰ ਅੱਜ ਭੇਜ ਦੂੰਗਾ ਕੱਲ। ਅੱਛਾ, ਮੈਂ ਨਾ ਰਿਕਾਰਡਡ ਲੈਕਚਰ ਭੇਜੇ ਸੀਗੇ ਜਿਹੜੇ ਜਿਹੜੇ ਬੱਚਿਆਂ ਦੇ ਮਿਸ ਹੋਏ ਨੇ। ਅੱਛਾ, ਇੱਕ ਨਾ ਕੁਝ ਬੱਚੇ ਡਰਦੇ ਨੇ ਕਿ ਪਤਾ ਨਹੀਂ ਜੀ ਅਸੀਂ ਲਾਵਾਂਗੇ, ਕੀ ਕਹਿੰਦੇ ਆ, ਜ਼ੂਮ ਕਲਾਸ ਲਾਵਾਂਗੇ, ਪਤਾ ਨਹੀਂ ਕੀ ਹੋ ਜਾਊਗਾ। ਬੇਟਾ ਕੁਝ ਨਹੀਂ ਹੋਣ ਲੱਗਿਆ, ਮੈਂ ਕਿਸੇ ਦੀ ਵੀਡੀਓ ਔਨ ਨਹੀਂ ਕਰਨ ਦਿੰਦਾ, ਮੈਂ ਕਿਸੇ ਨੂੰ ਕਿਸੇ ਦੀ ਵੀਡੀਓ ਕਿਸੇ ਕੋਲ ਨਹੀਂ ਜਾ ਰਹੀ। ਮੈਂ ਬੜਾ ਕੰਪਿਊਟਰ 'ਚ ਮਾਹਿਰ ਹੈ, ਸਾਰਾ ਕੰਟਰੋਲ ਮੇਰੇ ਕੋਲੇ ਹੈ। ਤਾਂ ਡਰਨ ਦੀ ਲੋੜ ਨਹੀਂ, ਬੇਝਿਜਕ ਹੋ ਕੇ ਮੇਰੀ ਜ਼ੂਮ ਕਲਾਸ ਲਾਇਆ ਕਰੋ। ਵੀਡੀਓ ਔਨ ਕਰਨ ਦੀ ਲੋੜ ਨਹੀਂ, ਕੋਈ ਬੱਚਾ ਵੀਡੀਓ ਔਨ ਨਾ ਕਰੇ। ਆਡੀਓ ਵੀ ਉਦੋਂ ਔਨ ਕਰੋ ਜਦੋਂ ਮੈਂ ਕਹਾਂ, ਪਹਿਲਾਂ ਆਡੀਓ ਕਰਨ ਦੀ ਵੀ ਲੋੜ ਨਹੀਂ ਹੈਗੀ। ਇਸ ਕਰਕੇ ਡਰਨ ਦੀ ਬੇਟਾ ਲੋੜ ਨਹੀਂ, ਮੇਰੀ ਕਲਾਸ 'ਚ ਡਰਨ ਦੀ ਲੋੜ ਨਹੀਂ, ਬੇਝਿਜਕ ਹੋ ਕੇ ਆਇਆ ਕਰੋ। ਜੇ ਕਿਸੇ ਲੜਕੀ ਦੇ ਮਨ 'ਚ ਹੋਵੇ ਜਾਂ ਐਵੇਂ ਜਾਂ ਉਵੇਂ, ਐਸਾ ਕੁਝ ਨਹੀਂ ਹੈ ਬੇਟਾ, ਸਾਰੀਆਂ ਕੰਟਰੋਲਸ ਮੇਰੇ ਕੋਲੇ ਨੇ। ਜਦ ਤੱਕ ਮੈਂ ਅਲਾਉ ਨਹੀਂ ਕਰਦਾ, ਤੁਹਾਨੂੰ ਕੋਈ ਮੈਸੇਜ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਗੱਲਬਾਤ ਕੋਈ ਕਹਿ ਹੀ ਨਹੀਂ ਸਕਦਾ। ਵੈਸੇ ਤਾਂ ਆਪਣੇ ਸਾਰੇ ਬੱਚੇ ਵਧੀਆ ਨੇ, ਐਸੀ ਕੋਈ ਗੱਲ ਨਹੀਂ ਹੈਗੀ। ਤਾਂ ਕਿਸੇ ਵੀ ਲੜਕੀ ਨੂੰ ਜੇ ਮਨ 'ਚ ਹੋਵੇ ਤਾਂ ਐਸੀ ਕੋਈ ਚੱਕਰ ਨਹੀਂ ਹੈਗੀ, ਬੇਝਿਜਕ ਹੋ ਕੇ ਮੇਰੀ ਕਲਾਸ ਲਾਇਆ ਕਰੋ ਤੇ ਵੀਡੀਓ ਨਾ ਔਨ ਰੱਖਿਆ ਕਰੋ। ਜਿਸ ਦਿਨ ਮੈਂ ਕਹਾਂ ਵੀਡੀਓ ਔਨ ਕਰਨ ਨੂੰ, ਉਦੋਂ ਹੀ ਕਰਿਓ, ਅਦਰਵਾਈਜ਼ ਕੋਈ ਲੋੜ ਨਹੀਂ, ਠੀਕ ਹੈ ਜੀ। ਚਲੋ, ਉਮੀਦ ਹੈ ਜੀ ਕਿ ਤੁਹਾਨੂੰ ਸਾਰੀ ਅੱਜ ਐਕਸਪਲੇਨੇਸ਼ਨ ਸਮਝ ਆ ਗਈ ਹੋਗੀ। ਤੁਹਾਡੀ ਨੈਕਸਟ ਕਲਾਸ ਦਾ ਵੀ ਸਮਾਂ ਹੋ ਗਿਆ, ਕੱਲ ਨੂੰ ਮਿਲਦੇ ਹਾਂ ਜੀ 8:30 ਵਜੇ। ਰੈਡੀ ਰਹੀਓ, ਆਪਣਾ ਖਾ ਪੀ ਕੇ ਤਿਆਰ ਤੁਰ ਹੋ ਕੇ ਨਹਾ ਧੋ ਕੇ ਬੈਠਿਆ ਕਰੋ, ਰੱਬ ਦਾ ਨਾਮ ਲੈ ਕੇ, ਸਰ ਠੀਕ ਜੀ ਹੈ। ਇਹ ਪੱਕੀ ਤੇ ਗੱਲ ਮੈਂ ਕਿਹਦੇ ਤੁਹਾਨੂੰ ਕਰਨੀ ਨੋਟ ਸ਼ਾਮ ਨੂੰ ਸਰ? ਭੇਜ ਦੂੰਗਾ। ਓਕੇ ਜੀ ਸਰ ਜੀ